सत श्री अकाल मेरे सारे दोस्तों, की हाल ने जी। उम्मीद करते सारे ठीक होवोगे। अज आप शुरू कर जा रहे हैं जी सैंपल पेपर। ठीक है, सैंपल पेपर है जो सैंपल पेपर है पंजाब पुलिस की वैबसाइट पर पिया है। उत्थों मैंने एक बच्चे ने सेंड किया कल। पहली गल तो मैं बना के कल ही रखना सी, मेरे थोड़े ज़्यादा परसनल काम हो गए जिहदे करके मैनूं बाहर जाना पै गया कल। तो फिर भी तुहानूं अज 4 वीडियो मिलणगियां क्योंकि पंजाब जी का पोर्शन बहुत ज़्यादा आने के चांस ने। तो एक साइंस की अज तुहाडी क्लास लगनी है। ठीक है, इस तो बाद साइंस की क्लास लगूगी, बहुत वधिया क्लास लगूगी साइंस की। तुसीं अज तक साइंस की जी क्लास नहीं लाई होनी। क्लास तो एक पासे रहेगी, तुहानूं ना अद्धे डॉक्टर बन जाओगे तुसीं। जिवें तुहानूं मैंने प्रॉमिस किया सी, जिद्दां मैंने पीटी दी क्लासां लाईआं सी, तुहानूं मैं कहा सी कि जिहड़े बच्चे ने मेरियां पीटी दी क्लासां ला लईआं अद्धा वकील बन जूगा वो। तो पेपर भी पूरा फुल करके उही गल जिहड़ी मैं कही सी जमा सेम टू सेम होगी। मैं कोई भी गल करदा हुंदा ना पुत्तरों, कोई ये नहीं है कि मैं हवाई गल्लां करदा हुंदा। मैं हुण एक सिंसीयर जगह ते बैठा, ठीक है ना। इन्ने लोग तुसीं 66-67 बच्चे जिन्ने बच्चे है तुसीं सारे मेरे विश्वास कर दिओ। ठीक है, इस करके मैं कोई झूठ बोलदा इत्थे बह के जां कोई मतलब उही बिना गल तो कोई गल कहना चंगा नहीं लगदा। मैं सिर्फ उही गल कहना हुंदा कि जिहड़ी च मैनूं लगदा कि मेरी आह चीज़ तंत हैगा गा। ਤਾਂ ਸਾਇੰਸ ਦਾ ਲੈਕਚਰ ਜਿਹੜੇ ਬੱਚੇ ਨੇ ਅੱਜ ਤੱਕ ਜ਼ਿੰਦਗੀ 'ਚ ਕਦੇ ਸਾਇੰਸ ਨੂੰ ਭਾਲਦੇ ਜਾਂ ਸਾਇੰਸ ਦਾ ਲੈਕਚਰ ਲਾਇਆ, ਤੁਸੀਂ ਇੱਕ ਲੈਕਚਰ ਲਾ ਲਓ ਸਾਇੰਸ ਦਾ। ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਤੁਹਾਨੂੰ ਕਿਸੇ ਹੋਰ ਤੋਂ ਪੜ੍ਹਨਾ ਪੈ ਜਾਏ ਜ਼ਿੰਦਗੀ 'ਚ ਕਦੇ ਸਾਇੰਸ। ਠੀਕ ਹੈ, ਵਾਅਦਾ ਤੁਹਾਡੇ ਨਾਲ ਮੇਰਾ। ਦੇਖੋ ਉਹ ਗੱਲਾਂ ਬਾਅਦ 'ਚ ਕਰਾਂਗੇ, ਇਸ ਤੋਂ ਪਹਿਲਾਂ ਆਪਾਂ ਕਰਦੇ ਹਾਂ ਟੈਸਟ ਹੱਲ। ਦੇਖੋ ਬੱਚੋ, ਕਈ ਬੱਚਿਆਂ ਨੂੰ ਨਾ ਪ੍ਰੋਬਲਮ ਆ ਜਾਂਦੀ ਕਿ ਅੱਖਰ ਛੋਟੇ ਆ। ਤਾਂ ਅੱਖਰ ਛੋਟੇ ਨਹੀਂ ਹੈਗੇ ਪੁੱਤਰੋ, ਇਹ ਨਾ ਮਤਲਬ ਜਿਵੇਂ ਟੈਸਟ ਪੇਪਰ ਤਾਂ ਉਵੇਂ ਹੀ ਤੁਸੀਂ ਨਾ ਥੋੜ੍ਹੀ ਜਿਹੀ ਕਲੀਅਰਟੀ ਵਧਾ ਲਿਆ ਕਰੋ। YouTube ਦੀ ਕਲੀਅਰਟੀ ਵਧਾ ਲਿਆ ਕਰੋ। ਠੀਕ ਹੈ, ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ। ਇੱਕ ਗੱਲ ਬੱਚੋ ਹੋਰ ਕਰਨੀ ਸੀ, ਮੈਂ ਇਸ ਤੋਂ ਪਹਿਲਾਂ ਪੰਜਾਬੀ ਦੀ ਵੀਡੀਓ ਪਾ ਚੁੱਕਿਆ, ਪੰਜਾਬੀ ਲੈਂਗੁਏਜ ਦੀ ਵੀਡੀਓ ਮੈਂ ਪਾ ਚੁੱਕਿਆ ਗਾ। ਜਿਹੜੇ ਬੱਚਿਆਂ ਨੇ ਹਜੇ ਤੱਕ ਪੰਜਾਬੀ ਲੈਂਗੁਏਜ ਦੀ ਵੀਡੀਓ ਨਹੀਂ ਦੇਖੀ ਉਹ ਬੱਚੇ ਵੀਡੀਓ ਦੇਖ ਲੈਣ। ਠੀਕ ਹੈ ਜੀ। ਅਤੇ ਦੂਸਰੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਸੀ ਕਿ ਹਾਂ, ਉਹ ਵੀਡੀਓ ਦਾ ਨਾ ਨੋਟੀਫਿਕੇਸ਼ਨ ਨਹੀਂ ਗਿਆ। ਇਹ ਹੁੰਦਾ ਕਿ ਮੇਰਾ ਕੋਈ ਚੱਕਰ ਨਹੀਂ ਹੈਗਾ, YouTube ਦਾ ਫੰਡਾ ਹੁੰਦਾ ਕਿ ਜਦੋਂ ਆਪਾਂ 3 ਤੋਂ ਜ਼ਿਆਦਾ ਵੀਡੀਓ ਅਪਲੋਡ ਕਰ ਦਿੰਦੇ ਨੋਟੀਫਿਕੇਸ਼ਨ ਭੇਜਣੋਂ ਹਟ ਜਾਂਦੇ ਹੈਗੇ। ਠੀਕ ਹੈ, ਤਾਂ ਉਵੇਂ ਜਿਵੇਂ ਇਹ ਵੀਡੀਓ ਨੋਟੀਫਿਕੇਸ਼ਨ ਨਹੀਂ ਗਿਆ, ਵੈਸੇ ਵੀਡੀਓ ਚੈਨਲ ਦੇ ਵਿੱਚ ਪਈ ਆ, ਉੱਥੇ ਜਾ ਕੇ ਆਪ ਦੇਖ ਲਿਓ ਤੁਸੀਂ। ਠੀਕ ਹੈ, ਦੇਖੋ ਬੱਚਿਓ, ਸਭ ਤੋਂ ਪਹਿਲਾਂ ਇਹਨੇ ਪੁੱਛਿਆ ਕਹਿੰਦੇ ਜਿਹੜੇ ਕਾਪੀਰਾਈਟ ਕਿਸੇ ਕਾਪੀਰਾਈਟ ਧਾਰਕ ਦੁਆਰਾ ਕਿਸੇ ਹੋਰ ਮੂਲ ਕੰਮ ਦੀ ਵਰਤੋਂ ਕਰਨ ਦੇਣ ਦੀ ਇਜਾਜ਼ਤ ਨੂੰ ਕੀ ਕਿਹਾ ਜਾਂਦਾ? ਵਾਟ ਇਜ਼ ਦਾ ਪਰਮਿਸ਼ਨ ਗਰੰਟਡ ਬਾਈ ਦਾ ਹੋਲਡਰ ਆਫ ਏ ਕਾਪੀਰਾਈਟ ਟੂ ਅਨੋਦਰ ਟੂ ਯੂਜ਼ ਓਰੀਜਨਲ ਵਰਕ। ਮੰਨ ਲਓ ਕੋਈ ਆਪਾਂ ਕੰਮ ਸ਼ੁਰੂ ਕਰਨਾ ਗਾ, ਠੀਕ ਹੈ, ਮਤਲਬ ਕੋਈ ਕੰਪਨੀ ਸ਼ੁਰੂ ਕਰਨੀ ਹੈ, ਮੇਰਾ ਦੁੱਧ ਦਾ ਕੋਈ ਪ੍ਰੋਡਕਟ ਬਣਾ ਕੇ ਵੇਚਣਾ, ਤਾਂ ਮੈਨੂੰ ਕੰਪਨੀ ਤੋਂ ਕਿਹੜੀ ਚੀਜ਼ ਦੀ ਕਿਸੇ ਤੋਂ ਅਥੋਰਟੀ ਲੈਣੀ ਪਊਗੀ? ਟ੍ਰੇਡਮਾਰਕ ਦੀ, ਲਾਇਸੈਂਸ ਦੀ, ਸਰਟੀਫਿਕੇਟ ਦੀ, SSH ਦੀ। ਤਾਂ ਬੱਚੋ ਇਹਨਾਂ 'ਚ ਮੈਨੂੰ ਟ੍ਰੇਡਮਾਰਕ ਦੀ ਲੈਣੀ ਪਊਗੀ। ਟ੍ਰੇਡਮਾਰਕ ਕੀ ਹੁੰਦਾ? ਮੰਨ ਲਓ ਆਪਾਂ ਐਪਲ ਦਾ ਫੋਨ ਲੈਂਦੇ ਹਾਂ, ਐਪਲ ਦੇ ਫੋਨ ਦੇ ਮਗਰ ਐਪਲ ਹੀ ਛਾਪਿਆ ਵਾ ਹੁੰਦਾ, ਅੱਧਾ ਸਿਓ ਜਿਹਾ ਛਾਪਿਆ ਵਾ ਹੁੰਦਾ, ਜਾਂ ਸੈਮਸੰਗ ਦੇ ਮਗਰ ਸੈਮਸੰਗ ਲਿਖਿਆ ਵਾ ਹੁੰਦਾ ਗਾ। ਠੀਕ ਹੈ, ਇਹ ਜਿਹੜੇ ਲੋਗੋ ਆ ਇਹ ਟ੍ਰੇਡਮਾਰਕ ਦਾ ਕੰਮ ਕਰਦੇ ਆ। ਠੀਕ ਹੈ ਬੱਚਿਓ, ਤਾਂ ਇਹਦਾ ਆਨਸਰ ਹੋਊਗਾ ਟ੍ਰੇਡਮਾਰਕ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਪੁੱਛਦਾ ਰਾਵੀ, ਬਿਆਸ, ਸਤਲੁਜ ਦਰਿਆਵਾਂ ਦੇ ਹੜ੍ਹ ਦੇ ਮੈਦਾਨਾਂ ਨੂੰ ਕਿਹੜੇ ਨਾਮ ਵਜੋਂ ਜਾਣਿਆ ਜਾਂਦਾ? ਫਲੱਡ ਆਫ ਰੀਵਰ ਬਿਆਸ ਸਤਲੁਜ ਆਰ ਨੋਨ ਐਸ ਦਾ ਕਿਹੜੇ ਨਾਂ ਨਾਲ ਜਾਣਿਆ ਜਾਂਦਾ? ਬੈਟ ਦੇ ਮੈਦਾਨ, ਗੰਗਾ ਦੇ ਮੈਦਾਨ, ਸਿੰਧੂ ਦੇ ਮੈਦਾਨ ਕਿ ਚੋਏ ਹੋਏ ਮੈਦਾਨ? ਤਾਂ ਇਹਨੂੰ ਕਿਹਾ ਜਾਂਦਾ ਬੈਟ ਦੇ ਮੈਦਾਨ, ਇਹ ਜਗ੍ਹਾ ਨੂੰ ਜਿੱਥੇ ਹੜ੍ਹ ਜ਼ਿਆਦਾ ਆਉਂਦੇ ਆ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਪੁੱਛ ਰਹੇ ਨੇ ਕਹਿੰਦੇ ਪਿਕ ਦਾ ਆਊਟ ਵਨ ਆਊਟ, ਕਹਿੰਦੇ ਨੇ ਜੋ ਅਲੱਗ ਦੱਸਣਾ ਤੁਸੀਂ। ਹਾਰਡ ਡਿਸਕ, ਓਪਟੀਕਲ ਡਿਸਕ, ਫਲੈਸ਼ ਡਰਾਈਵ, ਰੈਂਡਮ ਐਕਸੈਸ ਮੈਮਰੀ। ਦੇਖੋ ਬੱਚਿਓ, ਤੁਹਾਨੂੰ ਬਸ ਕੰਪਿਊਟਰ ਨੇ ਵਧੀਆ ਤਰੀਕੇ ਨਾਲ ਕਰਾਇਆ। ਹਾਰਡ ਡਿਸਕ ਆ ਜਿਹੜੀ, ਇਹ ਵੀ ਕਿਹੜੀ ਇੱਕ, ਇਹਨੂੰ ਆਪਾਂ ਸੈਕੰਡਰੀ ਮੈਮਰੀ ਵੀ ਕਹਿ ਸਕਦੇ ਹਾਂ। ਠੀਕ ਹੈ, ਜਾਂ ਇਹਨੂੰ ਆਪਾਂ ਆਕਸੀਲਰੀ ਮੈਮਰੀ ਵੀ ਕਹਿ ਸਕਦੇ ਹਾਂ। ਜਿਹੜੀ ਓਪਟੀਕਲ ਮੈਮਰੀ ਹੈ ਇਹ ਵੀ ਆਪਣੀ ਇੱਕ ਸੈਕੰਡਰੀ ਮੈਮਰੀ ਦੇ ਵਿੱਚ ਹੀ ਆ ਜਾਂਦੀ ਹੈ। ਫਲੈਸ਼ ਮੈਮਰੀ ਹੁੰਦੀਆਂ ਜਿਵੇਂ ਆਪਾਂ ਪੈਨ ਡਰਾਈਵ ਲਾਤੀ ਵਿੱਚ ਚੈਪਰੇਟਰ ਲਾਤਾ, ਇਹ ਹੋ ਜਾਂਦੀ ਫਲੈਸ਼ ਮੈਮਰੀ। ਓਪਟੀਕਲ ਡਿਸਕ ਦੇ ਵਿੱਚ ਆ ਜਾਂਦੇ CD, DVD, ਬਲੂ-ਰੇ ਡਿਸਕ। ਠੀਕ ਹੈ, ਹੋਲੋਗ੍ਰਾਫਿਕ ਡਿਸਕ, ਉਹ ਚੀਜ਼ਾਂ ਆ ਜਾਂਦੀਆਂ। ਤਾਂ ਜਿਹੜੀ ਰੈਂਡਮ ਐਕਸੈਸ ਮੈਮਰੀ ਹੈ ਇਹ ਇਕੱਲੀ ਕਾਹਦੀ ਉਦਾਹਰਨ ਹੈਗੀ? ਰੈਮ ਕਹਿੰਦੇ ਜਿਹਨੂੰ ਆਪਾਂ, ਇਹ ਹੈਗੀ ਇਕੱਲੀ ਪ੍ਰਾਇਮਰੀ ਮੈਮਰੀ ਦੀ ਉਦਾਹਰਨ, ਤਾਂ ਕਰਕੇ ਇਹ ਤੋਂ ਵੱਖ ਹੋ ਜਾਂਦੀ ਹੈ। ਤਾਂ ਇਹਦਾ ਆਨਸਰ ਆ ਜਾਊਗਾ ਪ੍ਰਾਇਮਰੀ ਮੈਮਰੀ, ਰੈਮ। ਇਸ ਤੋਂ ਬਾਅਦ ਵਿੱਚ ਜੀ ਫੋਲੋਵਿੰਗ ਪੈਰੀਨਰ ਰਿਵਰ ਆਫ ਪੰਜਾਬ, ਇਹ ਲਿਖਿਆ ਜੋ ਕਿਹੜਾ ਪੰਜਾਬ ਦਾ 12ਮਾਸੀ ਦਰਿਆ ਹੈ? ਬਿਆਸ। ਠੀਕ ਹੈ, ਜਿਹੜਾ ਸਾਰਾ ਸਾਲ ਵਗਦਾ, ਕਹਿੰਦੇ ਘੱਗਰ ਦਰਿਆ ਵਗਦਾ, ਬੁੱਢਾ ਕਿ ਅੱਕੀ ਨਾਲੀ? ਅੱਕੀ ਨਾਲੀ ਦਾ ਵਜੋਂ ਟ੍ਰਿਬਿਊਟਰੀ ਹੈ। ਠੀਕ ਹੈ, ਅਤੇ ਇਹਦਾ ਆਨਸਰ ਬਿਆਸ ਆਊਗਾ। ਇਸ ਤੋਂ ਬਾਅਦ ਅਗਲਾ ਵਿੱਚ ਅਮੰਗ ਦਾ ਫੋਲੋਵਿੰਗ ਯੂਜ਼ ਦਾ ਮੋਬਾਇਲ ਫੋਨ, ਮੋਬਾਇਲ ਫੋਨਾਂ ਦੇ ਵਿੱਚ ਇਹਨਾਂ ਦੇ ਵਿੱਚ ਆਪਾਂ ਕਿਹੜੀ ਚੀਜ਼ ਵਰਤਦੇ ਹਾਂ? ਕੰਪੈਕਟ ਡਿਸਕ। CD ਕਿੱਥੇ ਵਰਤਦੇ ਹਾਂ ਬੱਚੋ? ਆਪਾਂ ਨਹੀਂ ਵਰਤਦੇ, ਆਨਸਰ ਗਲਤ ਹੈ ਇਹ।
ਬਲੂਰੇ ਡਿਸਕ ਨੋ, ਇਹ ਵੀ ਨਹੀਂ ਵਰਤਦੇ ਆਪਾਂ। ਮੈਮਰੀ ਕਾਰਡ ਜੈਸ, ਮੈਮਰੀ ਕਾਰਡ ਆਪਾਂ ਵਰਤਦੇ। DVD ਇਹ ਵੀ ਨਹੀਂ ਵਰਤਦੇ। ਤਾਂ ਇਹਦਾ ਆਨਸਰ ਬਣ ਗਿਆ C ਨੰਬਰ ਆਪਸ਼ਨ। ਇਹ ਤੋਂ ਇਹ ਕਹਿਣਾ ਚਾਹੁੰਦੇ ਕਿ ਜਿਹੜੇ ਅਸੀਂ ਪੇਪਰ ਪਾਵਾਂਗੇ ਮੈਮਰੀ ਦੇ ਵਿੱਚੋਂ ਇੰਨੇ ਪ੍ਰਸ਼ਨ ਮੰਨਣਗੇ। ਇਹਨਾਂ ਬੱਚੋਂ ਇੱਕ ਨਾ ਸਿਰਫ ਇੱਕ ਇਹ ਚੀਜ਼ ਨੂੰ ਬੜੀ ਸੀਰੀਅਸ ਨਾ ਲਓ। ਜਿਵੇਂ ਮੋਡਲ ਪੇਪਰ ਦਿੱਤਾ ਇਹਨਾਂ ਨੇ, ਇਹ ਚੀਜ਼ ਨੂੰ ਬੜਾ ਸੀਰੀਅਸ ਲੈਣ ਦੀ ਲੋੜ ਨਹੀਂ, ਕਿਉਂਕਿ ਦੇਖੋ ਸਿਲੇਬਸ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਨਾ ਕਿ 16 ਗਮ ਨਹੀਂ ਪਾਉਂਦੇ ਅਸੀਂ, ਪਾਈ ਪਈ ਸੀ ਕਿ ਨਹੀਂ ਪਾਈ ਪਈ ਸੀ। ਤਾਂ ਕਰਕੇ ਇਹਦਾ ਸਿਰਫ ਇੱਕ ਤੁਹਾਨੂੰ ਪੈਟਰਨ ਦੇ ਹਿਸਾਬ 'ਤੇ ਸਮਝਾਇਆ ਹੈਗਾ। ਪੇਪਰ ਦਾ ਕੋਈ ਪਤਾ ਨਹੀਂ ਕਿਹੜੇ ਹਿਸਾਬ 'ਤੇ ਇਹਨਾਂ ਨੇ ਪਾਉਣਾ ਗਾ। ਆਪਾਂ ਸ਼ੁਰੂ ਤੋਂ ਦੇਖਦੇ ਹੋਣੇ ਆ, ਜਿਹੜੇ ਹਿਸਾਬ 'ਤੇ ਮੈਂ ਤਿਆਰੀ ਕਰ ਰਿਹਾ ਉਸ ਹਿਸਾਬ 'ਤੇ ਤਿਆਰੀ ਕਰਾ ਰਿਹਾ, ਉਸ ਹਿਸਾਬ 'ਤੇ ਤਿਆਰੀ ਕਰਦੇ ਜਾਓ। ਇਸ ਤੋਂ ਬਾਅਦ ਉਹ ਦੇਖੋ ਜ਼ਰੂਰ ਇਹਨੂੰ, ਸਾਰੇ ਆਧੁਨਿਕ ਸੰਗਠਨਾਂ ਦੁਆਰਾ ਮਜ਼ਦੂਰੀਆਂ ਤਨਖਾਹ ਪ੍ਰਾਪਤ ਕਰਨ ਵਾਲੇ ਸੰਗਠਨ ਕਰਮਚਾਰੀਆਂ ਨੂੰ ਟਰੈਕ ਰੱਖਣ ਵਾਲੇ ਅਨੁਕੂਲਿਤ ਸਾਫਟਵੇਅਰ ਕਿਹੜਾ ਵਰਤਿਆ ਜਾਂਦਾ, ਕਹਿੰਦੇ ਦੱਸੋ। ਇਹ ਪ੍ਰਸ਼ਨ ਪੁੱਛਿਆ ਬੱਚੋ ਇਹਨਾਂ ਨੇ। ਇਸ ਸਵਾਲ ਦਾ ਬੱਚੋ ਸਹੀ ਆਨਸਰ ਹੈਗਾ ਗਾ ਆਪਣਾ, ਕਹਿੰਦੇ ਇਨਵੈਂਟਰੀ ਮੈਨੇਜਮੈਂਟ ਸਿਸਟਮ, ਰਿਜ਼ਰਵੇਸ਼ਨ ਸਿਸਟਮ, ਪੇਰੋਲ। ਚੌਥੇ ਨੇ ਆਪਸ਼ਨ ਦਿੱਤੀ ਹੈ ਸਕੂਲ ਮੈਨੇਜਮੈਂਟ ਸਿਸਟਮ। ਤਾਂ ਭਾਈ ਇਹਦਾ ਆਨਸਰ ਹੈਗਾ ਆਪਣੇ ਕੋਲੇ ਪੇਰੋਲ ਸਿਸਟਮ। ਠੀਕ ਹੈ, ਇਹ ਪੇਪਰ ਨੇ ਸੋਲਵ ਕਰਿਆ ਹੋਵੇ ਨਹੀਂ ਕਰਿਆ ਹੋਇਆ। ਇਸ ਤੋਂ ਬਾਅਦ ਭਾਈ ਆਪਾਂ ਆ ਗਏ ਅਗਲੇ ਦੇ ਬੱਚੋ। ਅਗਲੇ 'ਚ ਕੀ ਪੁੱਛ ਰਹੇ ਨੇ ਇਹ ਆਪਾਂ ਤੋਂ, ਅਗਲੇ 'ਚ ਪੁੱਛ ਰਹੇ ਨੇ, ਕਹਿੰਦੇ ਦੈਸ ਸੰਜੀਵ ਜੰਤੂਆਂ ਦੇ ਖੇਤਰ ਅਤੇ ਵਾਤਾਵਰਨ ਦੇ ਨਾਲ ਉਹਨਾਂ ਦੀਆਂ ਅੰਤਕ੍ਰਿਆਵਾਂ ਨੂੰ ਕੀ ਦਰਸਾਉਂਦਾ ਹੈ। ਤਾਂ ਇਹ ਦਰਸਾਉਂਦਾ ਕਹਿੰਦੇ ਭਾਈ ਐਟਮੋਸਫੀਅਰ, ਬਾਇਓਸਫੀਅਰ, ਹਾਈਡਰੋਸਫੀਅਰ ਕਿ ਲਿਥੋਸਫੀਅਰ। ਹਾਈਡਰੋਸਫੀਅਰ ਤਾਂ ਆ ਨਹੀਂ ਸਕਦਾ। ਕਹਿੰਦੇ ਜੀਵ ਜੰਤੂ ਜਿਹੜੇ ਖੇਤਰ ਦੇ ਵਿੱਚ ਰਹਿੰਦੇ ਆ, ਵਾਤਾਵਰਨ ਦੇ ਵਿੱਚ ਕਿਰਿਆਵਾਂ ਕਰਦੇ ਉਹਨੂੰ ਕੀ ਕਹਿੰਦੇ ਆ, ਜੀਵ ਜੰਤੂ ਦੀ ਗੱਲ ਕਰਦੇ ਆ। ਹਾਈਡਰੋਸਫੀਅਰ ਤਾਂ ਉਹ ਹੁੰਦਾ ਹੈਗਾ ਜਿਹੜਾ ਪਾਣੀ ਦੇ ਨਾਲ ਸੰਬੰਧਿਤ ਹੈ। ਠੀਕ ਹੈ, ਵਾਯੂਮੰਡਲ ਦੇ ਵਿੱਚ ਸਾਰੇ ਰਹਿੰਦੇ। ਇਹਨਾਂ ਨੇ ਗੱਲ ਕੀਤੀ ਹੈ ਜੀਵ ਜੰਤੂਆਂ ਦੇ ਖੇਤਰ ਦੀ, ਤਾਂ ਇਹਦਾ ਆਨਸਰ ਆ ਜਾਊਗਾ ਬਾਇਓਸਫੀਅਰ, B ਨੰਬਰ ਆਪਸ਼ਨ। ਠੀਕ ਹੈ, ਕਰਤਾਰ ਸਿੰਘ ਸਰਾਭਾ ਕਿਸ ਨਾਲ ਜੁੜਿਆ ਹੋਇਆ ਸੀ। ਜਿਹੜਾ ਕਰਤਾਰ ਸਿੰਘ ਸਰਾਭਾ ਸੀ ਉਹ ਕਿਸ ਨਾਲ ਜੁੜਿਆ ਹੋਇਆ ਸੀ, ਕਿਸਾਨ ਅੰਦੋਲਨ ਨਾਲ ਵੀ ਜੁੜਿਆ ਸੀ, ਆਰੀਆ ਸਮਾਜ ਨਾਲ ਵੀ ਜੁੜਿਆ ਸੀ, ਕੂਕਾ ਅੰਦੋਲਨ ਨਾਲ ਵੀ ਜੁੜਿਆ ਸੀ। ਇਹ ਜੁੜਿਆ ਸੀ ਗਦਰ ਲਹਿਰ ਦੇ ਨਾਲ। ਠੀਕ ਹੈ ਬੱਚਿਓ, ਗੁਰਦੁਆਰਾ ਡੇਰਾ ਬਾਬਾ ਨਾਨਕ ਕਿੱਥੇ ਸਥਿਤ ਹੈ ਭਾਈ। ਤਾਂ ਡੇਰਾ ਬਾਬਾ ਨਾਨਕ ਕਿੱਥੇ ਸਥਿਤ ਹੈ, ਇਹ ਹੈਗਾ ਭਾਈ ਆਪਣੇ ਦੱਸੋ, ਕਹਿੰਦੇ ਰੋਪੜ ਦੇ ਵਿੱਚ, ਪਟਿਆਲਾ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਗੁਰਦਾਸਪੁਰ ਦੇ ਵਿੱਚ। ਤਾਂ ਇਹਦਾ ਆਨਸਰ ਹੈਗਾ ਗੁਰਦਾਸਪੁਰ। ਠੀਕ ਹੈ, ਇਸ ਤੋਂ ਬਾਅਦ ਅੱਗੇ ਹੇਠ ਲਿਖਿਆ ਵਿੱਚੋਂ ਕਿਸ ਦੀ ਵਰਤੋਂ ਪੈਨਸਲ ਬਣਾਉਣ ਲਈ ਕੀਤੀ ਜਾਂਦੀ ਹੈ। ਪੈਨਸਲਾਂ ਬਣਾਉਣੀਆਂ ਜਿਹੜੀਆਂ ਆਪਾਂ, ਪੈਨਸਲਾਂ ਬਣਾਉਣ ਵਾਸਤੇ ਕਿਹਦੀ ਵਰਤੋਂ ਕੀਤੀ ਨੇ, ਗ੍ਰੇਫਾਈਟ, ਲੋਹਾ, ਮੈਗਨੀਜ਼, ਫਾਸਫੋਰਸ। ਤਾਂ ਬੱਚੋ ਇਹਦਾ ਆਨਸਰ ਨਾ ਤਾਂ ਫਾਸਫੋਰਸ ਆਵੇ ਜਾਂ ਮੈਗਨੀਜ਼ ਨਾ ਲੋਹਾ, ਤਾਂ ਇਹਦਾ ਆਨਸਰ ਹੈਗਾ ਗ੍ਰੇਫਾਈਟ। A ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਸਮਰੱਥਾ ਵਾਲਾ ਥਰਮਲ ਪਲਾਂਟ ਕਿਹੜਾ ਹੈਗਾ। ਦੇਖੋ ਬੱਚਿਓ, ਇਹੋ ਜਿਹੇ ਪ੍ਰਸ਼ਨ ਨਾ ਕਰੰਟ ਅਫੇਅਰਾਂ ਦੇ ਵਿੱਚ ਵੀ ਇੰਪੋਰਟੈਂਟ ਬਣ ਜਾਂਦੇ ਆ ਅਤੇ ਦੂਸਰੇ ਲੋਟ ਵੀ ਬਣ ਜਾਂਦੇ ਆ। ਇਹਨਾਂ ਨੇ ਇਹੀ ਪੁੱਛਿਆ ਕਿ ਜਿਹੜੀ ਹਾਈਐਸਟ ਕਪੈਸਿਟੀ ਹੈਗੀ, ਠੀਕ ਹੈ, ਹਾਈਐਸਟ ਕਪੈਸਿਟੀ ਕਾਹਦੀ ਕਹੀ ਇਹਨਾਂ ਨੇ, ਇੱਕ ਮੈਸੇਜ ਆ ਗਿਆ, ਹਾਈਪਰ ਕਪੈਸਿਟੀ ਥਰਮਲ ਪਲਾਂਟ ਆ ਜਿਹੜਾ ਆਪਣੇ ਪੰਜਾਬ ਦੇ ਵਿੱਚ, ਉਹਦੀ ਕਿਹਦੀ ਹੈਗੀ। ਠੀਕ ਹੈ, ਤਾਂ ਇਹ ਆਨਸਰ ਭਾਈ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਬੱਚੋ, ਕਿਉਂਕਿ ਇਹ ਪ੍ਰਸ਼ਨ ਬਹੁਤ ਇੰਪੋਰਟੈਂਟ ਬਣ ਜਾਂਦੇ ਆ। ਤਾਂ ਇਹਦਾ ਆਨਸਰ ਹੈਗਾ ਗਾ ਰਾਜਪੁਰ ਹੈ, ਤਲਵੰਡੀ ਹੈ, ਗੁਰੂ ਗੋਬਿੰਦ ਸਿੰਘ ਹੈ, ਸ਼੍ਰੀ ਗੁਰੂ ਹਰਗੋਬਿੰਦ। ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਦਾ ਲਹਿਰਾ ਮੁਹੱਬਤ ਹੈ, ਸਾਡੇ ਪਿੰਡ ਹੀ ਹੈ ਤਾਂ ਹਰਗੋਬਿੰਦ ਤਾਂ। ਅਤੇ ਇਹਦਾ ਆਨਸਰ ਆਊਗਾ ਭਾਈ ਤਲਵੰਡੀ ਸਾਬੋ ਥਰਮਲ ਪ੍ਰੋਜੈਕਟ ਹੈ ਜਿਹੜਾ, ਇੱਥੇ ਬਹੁਤ ਲੋਕ ਲੱਗੇ ਹੋਏ ਆ। ਤਾਂ ਇਹ ਸਭ ਤੋਂ ਵੱਧ ਬਿਜਲੀ ਦੀ ਸਮਰੱਥਾ ਪੈਦਾ ਕਰਨ ਦੇ ਵਿੱਚ ਮੰਨਿਆ ਜਾਂਦਾ ਹੈ। ਉਸ ਨਦੀ ਦਾ ਨਾਮ ਦੱਸੋ ਪੰਜਾਬ ਦੇ ਵਿੱਚ ਲੰਘਦੀ ਹੈ ਅਤੇ ਉਸ ਨੂੰ ਸਤਲੁਜ ਵੀ ਕਿਹਾ ਜਾਂਦਾ। ਕਿੰਨੇ ਵਾਰੀ ਕਰਵਾਤਾ ਤੁਹਾਨੂੰ ਭਾਈ ਇਹਦਾ ਨਾਮ, ਇਹ ਗ੍ਰੀਕ ਨੇਮ ਹੈ ਇਹਦਾ, ਗ੍ਰੀਕ ਨੇਮ ਤੁਹਾਨੂੰ ਸਾਰਿਆਂ ਨੇ ਕਰਵਾ ਕੇ ਗਿਆ ਹੋਇਆ ਮੈਂ। ਠੀਕ ਹੈ, ਅਸਕੈਨੀ ਸਾਰਾ ਕੁਛ A to Z। ਤਾਂ ਇਹਦਾ ਹੈਗਾ ਸਤਲੁਜ ਦਾ ਨਾਮ ਹੈਗਾ ਸਤੂਤਰੀ। ਕਈ ਵਾਰੀ ਇਹ ਸਤੂਤਰੀ ਆਏ ਦੇ ਕੇ ਕਿਸੇ ਹੋਰ ਢੰਗ ਨਾਲ ਵੀ ਲਿਖ ਸਕਦੇ ਹੈਗੇ, ਅਤੇ ਉਹ ਸੀਰੀਅਸ ਨਹੀਂ ਲੈਣੀ, ਬਸ ਜੇ ਸਤੂਤਰੀ ਆ ਗਿਆ ਤਾਂ ਉਹ ਸਤਲੁਜ ਦਾ ਨਾਂ ਹੀ ਹੈਗਾ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਬਾਲ ਲਿੰਗ ਪੁੱਛਿਆ ਇਹਨਾਂ ਨੇ। ਠੀਕ ਹੈ, ਕੀ ਪੁੱਛਿਆ, ਬਾਲ ਲਿੰਗ। ਦੂਸਰੀ ਗੱਲ ਨਹੀਂ ਪੁੱਛੀ ਕਿੰਨਾ ਅਨੁਪਾਤ ਸੀ ਬਾਲਾਂ ਦੇ ਵਿੱਚ, ਬੱਚਿਆਂ ਦੇ ਵਿੱਚ, ਉਹ ਚੀਜ਼ ਪੁੱਛੀ ਹੈ ਪੰਜਾਬ ਦੇ ਵਿੱਚ 2011 ਦੇ ਵਿੱਚ। ਤਾਂ ਦੱਸੋ ਪੁੱਤਰ ਇਹਦਾ ਕੀ ਆਨਸਰ ਆਊਗਾ। ਬਹੁਤ ਸੌਖਾ ਜਿਹਾ ਪ੍ਰਸ਼ਨ ਹੈਗਾ ਇਹ। ਤਾਂ ਇਹਦਾ ਆਨਸਰ ਆਉਣ ਦੇ ਚਾਂਸ ਹੈਗੇ ਨੇ 846। ਠੀਕ ਹੈ ਬੱਚਿਓ, ਤਾਂ ਇਹਦਾ ਆਨਸਰ ਤੁਹਾਨੂੰ ਦੱਸਤਾ ਸੀ ਮੈਂ ਕਿ 846 ਇਹਦਾ ਆਨਸਰ ਹੈਗਾ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਆ ਵੀ ਨਹੀਂ ਆਉਂਦਾ, ਇਹ ਵੀ ਨਹੀਂ ਆਉਂਦਾ, ਇਹ ਵੀ ਨਹੀਂ ਆਉਂਦਾ। ਠੀਕ ਹੈ, ਜੇ ਤਾਂ ਇਹ ਪੁੱਛ ਲੈਂਦੇ ਆਪਾਂ ਤੋਂ ਕਿ ਸੈਕਸ ਰੇਸ਼ੋ ਆਪਣੀ 2001 ਦੇ ਵਿੱਚ ਕਿੰਨੀ ਸੀ, 2001 ਦੇ ਪੁੱਛਦੇ ਫਿਰ ਤਾਂ ਆਉਣਾ ਸੀ 798। ਇਹ ਗੱਲ ਯਾਦ ਰੱਖਣੀ। ਜੇ ਤਾਂ ਪੁੱਛਣੇ 2001 ਦੇ ਵਿੱਚ ਸੈਕਸ ਰੇਸ਼ੋ ਕਿੰਨੀ ਸੀ ਬੱਚਿਆਂ ਦੀ, 798 ਸੀ। ਜੇ ਪੁੱਛਿਆ 2011 ਦੇ ਵਿੱਚ, 2011 ਦੇ ਵਿੱਚ ਆਊਗੀ 846। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, 2011 ਦੇ ਵਿੱਚ 846 ਸੀ ਅਤੇ 2001 ਦੇ ਵਿੱਚ 798 ਸੀ, ਕਿਉਂਕਿ ਪਿਛਲਾ ਵੀ ਪੁੱਛ ਸਕਦੇ ਨੇ, ਕਿਉਂਕਿ ਜਿਹਨੂੰ ਨੇ ਚੀਜ਼ ਦੇ ਦਿੱਤੀ।
ਇਸ ਤੋਂ ਬਾਅਦ ਰੈਸੀਡੂਰੀ ਪਾਵਰ ਕਿਹਦੇ ਹੱਥਾਂ ਦੇ ਵਿੱਚ ਹੁੰਦੀ ਹੈ? ਦੱਸੋ ਬੱਚਿਓ, ਬਹੁਤ ਵਾਰੀ ਪ੍ਰਸ਼ਨ ਕਰਵਾਇਆ ਹੋਇਆ, ਤੁਹਾਨੂੰ ਇੰਨੀ ਚੰਗੀ ਤਰ੍ਹਾਂ ਮੇਰੀ ਉਹ ਕਰਵਾਈ ਹੋਈ ਹੈ। ਦੱਸੋ ਜਿਹੜੀ ਰੈਸੀਡੂਰੀ ਪਾਵਰ ਹੁੰਦੀ ਹੈ ਇਹ ਕਿਹਦੇ ਹੱਥ ਦੇ ਵਿੱਚ ਹੁੰਦੀ ਹੈ? ਇਹ ਹੁੰਦੀ ਯੂਨੀਅਨ ਗੌਰਮੈਂਟ ਦੇ ਹੱਥ ਦੇ ਵਿੱਚ। ਠੀਕ ਹੈ, ਇਹ ਹੱਥ 'ਚ ਕਿਹਦੀ ਹੁੰਦੀ ਹੈ? ਯੂਨੀਅਨ ਗੌਰਮੈਂਟ ਦੇ ਹੱਥ ਵਿੱਚ। ਹੁਣ ਇਹ ਦੱਸੋ ਕਿ ਯੂਨੀਅਨ ਗੌਰਮੈਂਟ ਕਿਹੜੀ ਹੁੰਦੀ ਹੈ? ਪਤਾ ਤੁਹਾਨੂੰ ਇਹ ਵੀ ਨਹੀਂ ਪਤਾ। ਠੀਕ ਹੈ, ਇਹ ਹੁੰਦੀ ਆਪਣੀ ਸੈਂਟਰ ਸਰਕਾਰ। ਠੀਕ ਹੈ, ਉਹਦੇ ਹੱਥ 'ਚ ਹੁੰਦੀ ਹੈ, ਇਹ ਗੱਲ ਯਾਦ ਰੱਖਣੀ ਹੈ। ਇਹਦਾ ਆਨਸਰ ਹੈਗਾ ਕੇਂਦਰ ਸਰਕਾਰ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ 'ਤੇ ਆਪਾਂ। ਭਾਰਤ ਦੇ ਸੰਵਿਧਾਨ ਦੇ ਵਿੱਚ ਇਹਨਾਂ ਦੇ ਵਿੱਚ ਕਿਸ ਅਨੁਛੇਦ ਦੇ ਤਹਿਤ ਬੰਦੋਬਸਤ ਕੀਤਾ ਜਾ ਰਿਹਾ ਹੈ ਕਿ ਸੰਵਿਧਾਨਕ ਮਸ਼ੀਨਰੀ ਦੇ ਅਸਫਲਤਾ ਹੋਣ 'ਤੇ ਕਿਸੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ। ਸਾਨੂੰ ਕਰਵਾਇਆ ਵਾ ਕਿ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਹੁੰਦੇ ਨੇ 3 ਆਰਟੀਕਲ ਹੁੰਦੇ, 352, 356, 360। ਇਹ ਤਿੰਨਾਂ ਕਾਰਨ ਹੀ ਇਹਨਾਂ ਨੇ ਐਮਰਜੈਂਸੀ ਲਾਈ ਜਾ ਸਕਦੀ ਹੈ। ਠੀਕ ਹੈ, ਐਮਰਜੈਂਸੀ ਤਿੰਨਾਂ ਦੇ ਮੁਤਾਬਕ ਹੀ ਲਾਈ ਸਕਦੀ ਹੈ। ਇਹਨਾਂ ਨੇ ਪੁੱਛਿਆ ਕੀ ਹੈਗਾ ਇਹਦੇ ਵਿੱਚ? ਆਰਟੀਕਲ ਕੌਂਸਟੀਟਿਊਸ਼ਨ ਆਫ ਇੰਡੀਆ ਟੂ ਪ੍ਰੋਵਾਈਡ ਦਾ ਪ੍ਰੈਜ਼ੀਡੈਂਟ ਰੂਲ ਮੇ ਬੀ ਇੰਪੋਜ਼ਡ ਟੂ ਸਟੇਟ ਫੇਲੀਅਰ। ਸਟੇਟ ਦਾ ਆਰਟੀਕਲ ਕਿਹੜੇ 'ਚ ਆ ਜਾਂਦਾ ਦੱਸੋ? 3 ਆਰਟੀਕਲ ਹੁੰਦੇ ਆਪਣੇ, 352, 356, 360। 352 ਦਾ ਹੈਗਾ ਸਟੇਟ ਨਾਲ ਰਿਲੇਟਡ, ਨਹੀਂ ਨੈਸ਼ਨਲ ਐਮਰਜੈਂਸੀ ਨਾਲ ਰਿਲੇਟਡ ਸੀ ਸੱਚੇ ਤਾਂ। ਓਕੇ, ਇਹਦਾ ਹੈਗਾ ਕਿ ਆਪਣਾ ਨੈਸ਼ਨਲ ਐਮਰਜੈਂਸੀ ਨਾਲ ਉਹ। ਅਤੇ ਇਸ ਤੋਂ ਬਾਅਦ ਆ ਗਿਆ ਆਪਣਾ 356, ਇਹ ਆ ਗਿਆ ਨੈਸ਼ਨਲ, ਅਤੇ 360 ਆ ਗਿਆ ਫਾਈਨੈਂਸ਼ੀਅਲ। ਠੀਕ ਹੈ ਨਾ, ਇਹ ਚੀਜ਼ ਸੀ। ਤਾਂ ਜਿਹੜਾ ਇਹ ਮਤਲਬ ਲੱਗ ਸਕਦਾ ਹੈਗਾ, ਇਹ ਕਿਹਦੇ ਅਨੁਸਾਰ ਲੱਗ ਸਕਦਾ ਦੱਸੋ ਭਾਈ? ਇਹ ਬੱਚੋ ਉਹਦੇ ਸਟੇਟ ਨੇ, ਇੱਥੇ ਨੈਸ਼ਨਲ ਕਰ ਲਓ। ਨੈਸ਼ਨਲ ਐਮਰਜੈਂਸੀ 352 ਦੇ ਵਿੱਚ, ਸਟੇਟ ਐਮਰਜੈਂਸੀ 356 ਦੇ ਵਿੱਚ, ਅਤੇ ਫਾਈਨੈਂਸ਼ੀਅਲ ਐਮਰਜੈਂਸੀ 360 ਦੇ ਵਿੱਚ। ਫਾਈਨੈਂਸ਼ੀਅਲ ਐਮਰਜੈਂਸੀ ਹਜੇ ਤੱਕ ਆਪਣੇ ਇੱਕ ਵਾਰੀ ਵੀ ਨਹੀਂ ਲੱਗੀ, ਤਾਂ ਇਹਦਾ ਆਨਸਰ ਅਗਰ ਸਟੇਟ ਦੀ ਗੱਲ ਕਰ ਰਹੇ ਆ ਤਾਂ ਆਰਟੀਕਲ 356 ਆ ਜਾਊਗਾ। ਠੀਕ ਹੈ, ਇਸ ਤੋਂ ਬਾਅਦ ਹਰ ਸਾਲ ਪੰਜਾਬ ਰਾਜ ਦਾ ਦਰਜਾ ਜਿਵੇਂ ਉਹ ਦਿਨ ਜਦੋਂ ਪੰਜਾਬ ਨੂੰ ਰੀਕਨੈਗੇਸ਼ਨ ਐਕਟ 1966 ਦੇ ਤਹਿਤ ਗਠਨ ਕੀਤਾ ਗਿਆ ਸੀ, ਕਿੰਨੀ ਤਰੀਕ ਨੂੰ ਮਨਾਇਆ ਜਾਂਦਾ? 1 ਨਵੰਬਰ, 12 ਜੁਲਾਈ, ਅਕਤੂਬਰ, 10 ਮਾਰਚ। ਇਹ ਪ੍ਰਸ਼ਨ ਪਟਵਾਰੀਆਂ ਦੇ ਪੇਪਰ ਵਿੱਚ ਆਇਆ ਹੋਇਆ। ਦੇਖੋ ਬੱਚੋ, ਜੇ ਹਰਿਆਣੇ ਦਾ ਪੁੱਛ ਲੈਣ ਕਿ ਹਰਿਆਣਾ ਕਦੋਂ ਬਣਿਆ ਸੀ ਜਾਂ ਪੰਜਾਬ ਕਦੋਂ ਬਣਿਆ ਸੀ, ਦੋਨਾਂ ਨੂੰ ਜੋ ਦਰਜਾ ਦਿੱਤਾ ਗਿਆ ਸੀ ਉਹ 1 ਨਵੰਬਰ 1966 ਨੂੰ ਦਿੱਤਾ ਗਿਆ ਸੀ। ਇਹ ਗੱਲ ਭੁੱਲਣੀ ਨਹੀਂ ਹੈਗੀ। ਠੀਕ ਹੈ, ਇਸ ਤੋਂ ਬਾਅਦ ਇਹ ਆ ਗਿਆ ਬੱਚੋ ਮੈਥ। ਦੇਖੋ ਮੈਥ ਤਾਂ ਆਪਾਂ ਜਦੋਂ ਕੱਢਾਂਗੇ ਉਹਦੀ ਹੱਲ ਕਰਾਂਗੇ, ਵੈਸੇ ਤੁਹਾਨੂੰ ਮੋਟੇ ਸਵਾਲ ਕਰਵਾ ਦਿੰਦਾ। ਕਹਿੰਦਾ 456 ਪੰਨਿਆਂ ਵਾਲੀ ਕਿਤਾਬ ਦੇ ਪੰਨਿਆਂ ਦੇ ਵਿੱਚ ਅੰਕਣ ਕਰਨ ਲਈ ਕੁੱਲ ਕਿੰਨੇ ਅੰਕਾਂ ਦੀ ਵਰਤੋਂ ਕੀਤੀ ਜਾਵੇਗੀ? ਅੰਕਣ ਕਰਨ ਲਈ ਦੇਖੋ ਕਿੰਨੇ ਪੰਨੇ ਹੈ? 456 ਪੰਨੇ ਹੈ, ਅਤੇ ਅੰਕ ਦੋਨੇ ਪਾਸੇ ਕਰਦਾ ਹੁੰਦਾ ਬੰਦਾ। ਠੀਕ ਹੈ, ਦੋਨੇ ਪਾਸੇ 456 ਪੰਨਿਆਂ ਵਾਲੀ ਕਿਤਾਬ ਦੇ ਪੰਨਿਆਂ 'ਤੇ ਅੰਕਣ ਕਰਨ ਲਈ ਕੁੱਲ ਕਿੰਨੇ ਅੰਕਾਂ ਦੀ ਲੋੜ ਕਿੰਨਿਆਂ ਦੀ ਪਊਗੀ? ਇਹ ਗੱਲ ਕਰ ਰਹੇ ਨੇ ਆਪਾਂ। 1 ਮਿੰਟ ਬੱਚੋ, ਫੋਨ ਆਈ ਜਾਂਦਾ। ਇਹ ਸਵਾਲ ਵੀ ਬੱਚੋ ਆਪਾਂ ਕੱਢਾਂਗੇ। ਠੀਕ ਹੈ, ਕਿਉਂਕਿ ਜਦੋਂ ਆਪਾਂ ਸਾਰੇ ਸਵਾਲਾਂ ਨਾਲ ਪੰਗਾ ਲੈਤਾ ਤਾਂ ਇਸ ਸਵਾਲ ਦੇ ਉੱਪਰ ਕੱਢਣੀ ਪਊਗਾ। ਦੇਖੋ ਇਹਦੇ ਵਿੱਚ ਕੀ ਕਹਿ ਰਹੇ ਨੇ? ਇਹਦੇ ਵਿੱਚ ਇਹ ਕਹਿ ਰਹੇ ਨੇ ਕਿ 456 ਵਾਲੀ 456 ਪੰਨਿਆਂ ਵਾਲੀ ਇੱਕ ਕਿਤਾਬ ਦੇ ਪੰਨਿਆਂ ਦਾ ਅੰਕ ਕਰਨ ਲਈ ਕੁੱਲ ਕਿੰਨੇ ਅੰਕਾਂ ਦੀ ਲੋੜ ਪਏਗੀ? ਮੰਨ ਲਓ ਆਹ ਪੇਜ ਹੈ, ਇਹਦੇ ਇੱਥੇ 1 ਲਿਖਣਾ, ਇੱਥੇ 2 ਲਿਖਣਾ, ਇੱਥੇ 3 ਲਿਖਣਾ। ਇਸ ਤੋਂ ਬਾਅਦ ਦੋ ਅੱਖਰਾਂ ਵਾਲੇ ਆਉਣਗੇ, 1 ਹੀ ਆਉਣਗੇ, ਫਿਰ 3 ਅੱਖਰਾਂ ਵਾਲੇ ਆਉਣਗੇ, 101। ਐਂ ਕਰਕੇ ਇਹਦੇ 456 ਪੇਜਾਂ ਦੇ ਕਿੰਨੇ ਅੰਕ ਲਿਖੇ ਜਾਣਗੇ, ਕਿੰਨੇ ਅੰਕਾਂ ਦੀ ਵਰਤੋਂ ਕੀਤੀ ਜਾਊਗੀ? ਜਿਵੇਂ 4 ਅੰਕ ਦਿੱਤੇ ਹੋਏ, 1260, 1 2 3 4 ਅੰਕ ਵਰਤੇ ਗਏ ਨਾ, ਇਸ ਤਰ੍ਹਾਂ ਕਿੰਨੇ ਅੰਕ ਵਰਤੇ ਜਾਣਗੇ? ਸਭ ਤੋਂ ਪਹਿਲਾਂ ਤੁਸੀਂ ਨੋਟ ਕਰੋ ਕਿੰਨੇ ਪੰਨੇ ਸਾਰੀ ਕਿਤਾਬ 'ਤੇ? 456 ਪੰਨੇ ਆ। ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਹਿਲੇ 9 ਪੰਨਿਆਂ ਦੇ ਕਿੰਨੇ ਅੰਕ ਆਉਣਗੇ। ਜਿਵੇਂ 1 ਅੰਕ ਹੋ ਗਿਆ, ਇਕੱਲਾ ਹੋ ਗਿਆ, ਫਿਰ ਦੂਆ ਹੋ ਗਿਆ, ਫਿਰ ਤੀਆ ਹੋ ਗਿਆ। ਸਿੰਗਲ ਅੰਕ ਆ ਨਾ, ਇਕੱਲਾ ਅੰਕ ਆ, ਸਿੰਗਲ ਅੰਕ ਹੈਗਾ। ਕਿੰਨੇ ਹੋ ਜਾਣਗੇ? ਇੱਕ ਤੋਂ ਇੱਕ ਅੱਖਰ ਆ ਰਿਹਾ ਹਰੇਕ 'ਤੇ, ਹਰੇਕ ਪਹਿਲੇ 9 ਪੇਜਾਂ 'ਤੇ ਕਿੰਨਾ ਅੰਕ ਆ ਰਿਹਾ? ਇੱਕ ਅੰਕ ਆ ਰਿਹਾ ਹੈਗਾ। ਠੀਕ ਹੈ, ਇਹ ਹੋ ਗਏ ਟੋਟਲ 9 ਅੰਕ। ਇਸ ਤੋਂ ਬਾਅਦ 90 ਤੱਕ, ਹਾਂ, ਕਿਉਂਕਿ 9 ਅੰਕ ਤਾਂ ਹੋ ਗਏ, ਮੰਗ ਰਹੇ ਕਿ 90 ਤੱਕ ਕਿੰਨੇ ਅੰਕ ਆ ਰਹੇ? 2 ਅੰਕ ਆ ਰਹੇ। ਇਹ ਕਿੰਨੇ ਹੋ ਗਏ? ਇਹ ਹੋ ਗਏ 180। ਇਸ ਤੋਂ ਬਾਅਦ ਇਹ ਟੋਟਲ ਕਿੰਨੇ ਹੋ ਗਏ? 90 ਪੇਜ ਤਾਂ 9 ਪੇਜ ਤਾਂ ਹੋ ਗਏ ਸੀ, 90 ਪੇਜ ਇਹ ਹੋ ਗਏ ਸੀ। 90 ਅਤੇ +9 ਇਹ ਹੋ ਗਏ 99। ਤਾਂ ਇਹ 99 ਆ ਜਿਹੜੇ ਆਪਾਂ 456 ਦੇ ਵਿੱਚੋਂ ਜਦੋਂ -99 ਕਰਾਂਗੇ ਤਾਂ ਇਹ ਅੰਦਰ ਆਨਸਰ ਆ ਜਾਊਗਾ 16 9 7 ਦੇ ਵਿੱਚ ਤੇ 5 ਅਤੇ 3, ਇਹ ਆ ਜਾਊਗਾ 357। ਮੰਗ ਰਹੇ ਜਾਣਗੇ 357 ਪੇਜ, ਕਿਉਂਕਿ ਆਹ 2 ਪੇਜਾਂ ਦੇ ਅੰਕ ਤਾਂ ਕੱਢ ਲਏ ਆਪਾਂ, 9 ਵਾਲੇ ਸਿੰਗਲ ਵਾਲੇ ਦੀ ਵੀ ਕੱਢ ਲਏ, 90 ਵਾਲੇ ਦੀ ਵੀ ਕੱਢ ਲਈ। ਇਸ ਤੋਂ ਬਾਅਦ ਬਾਕੀ ਕਿੰਨੇ ਬਚ ਗਏ? 357 ਬਚ ਗਏ। 357 ਵਾਲੇ ਦੇ ਕਿੰਨੇ ਅੰਕ ਆ ਰਹੇ? 357 ਮੰਗ ਰਹੇ ਜਿਹੜੇ ਰਹਿ ਗਏ, ਜਿਵੇਂ 100 101 102 'ਚ 3 ਅੰਕ ਆ ਰਹੇ ਆ,
ਤਾਂ ਇਹਦੀ ਗੁਣਾ ਕਰ ਦਿਓ 3 ਨਾਲ, ਇਹ ਆ ਜਾਊਗਾ 171। ਠੀਕ ਹੈ, ਬਾਅਦ 'ਚ ਇਹਨਾਂ ਨੂੰ ਜੋੜ ਦਿਓ, ਕਿੰਨੇ ਅੰਕ ਹੋ ਗਏ, 1071 ਅੰਕ ਹੋ ਗਏ, ਇੱਥੇ 180 ਹੋ ਗਏ, ਪਲੱਸ ਕਿੰਨੇ ਹੋ ਗਏ, 9 ਹੋ ਗਏ। ਜਦੋਂ ਆਪਾਂ ਇਹਨਾਂ ਨੂੰ ਜੋੜਾਂਗੇ ਤਾਂ ਇੱਥੇ ਆ ਜਾਊਗਾ ਆਪਣੇ ਕੋਲ 1260 ਆ ਪਿਆ। ਇਹ ਨੰਬਰ ਆਪਸ਼ਨ ਹੈ, ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ ਅਗਲਾ ਆਪਰੇਸ਼ਨ ਆਪਣੇ ਕੋਲ ਆ ਗਿਆ। ਇਹਦੇ 'ਚ ਕੀ ਕਹਿ ਰਹੇ ਨੇ, ਕਹਿੰਦੇ ਪੁਆਇੰਟ ਇਹਨੂੰ ਜੋੜੋ ਸਾਰਿਆਂ ਨੂੰ, ਦੇਖੋ 62.6, ਠੀਕ ਹੈ, ਪੁਆਇੰਟ ਦੇ ਥੱਲੇ ਪੁਆਇੰਟ ਹੀ ਲਾਈ ਚੱਲੋ, ਬਾਲਾ ਉਲਝਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਜੋੜ ਹੀ ਕਰਨਾ ਗਾ, ਕੋਈ ਹੋਰ ਨਹੀਂ ਕੋਈ ਚੱਕਰ ਹੈਗਾ। 62.026, ਇਸ ਤੋਂ ਬਾਅਦ 6.2026, ਇਸ ਤੋਂ ਬਾਅਦ 0.6226, ਜੋੜ ਕਰਨਾ ਗਾ, ਬਸ ਜੋੜ ਕਰ ਦਿਓ। 6 8 8, ਠੀਕ ਹੈ, ਹੋ ਗਿਆ। 6 ਦੇ 2 8 10, 6 7 8 9 10 11, ਕਿਹੜਾ 6 ਜੋੜੇ 17, 2 3 4 5, 5 ਦੇ 6 11, ਠੀਕ ਹੈ, 6 7 8 9 8 6, 68 91 70 886, 68 91 ਕਿਹਦੀ ਮੂਹਰੇ ਆ ਰਿਹਾ ਹੈਗਾ, ਆ ਪਿਆ ਭਾਈ ਸੀ ਨੰਬਰ ਆਪਸ਼ਨ ਬਿਲਕੁਲ ਸਹੀ ਆ ਜਾਊਗਾ। ਪੁਆਇੰਟ ਥੱਲੇ ਪੁਆਇੰਟ ਲਾਈ ਜਾਣੇ ਹੁੰਦੇ ਆ, ਇਹ ਆ ਗਿਆ ਆਨਸਰ ਭਾਈ। ਇਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਕਿਹੜਾ ਸਮੂਹ ਵਾਧੇ ਕਰਮ ਦੇ ਵਿੱਚ ਹੈ ਬੱਚੋ, ਇਹ ਦੇਖੋ, ਇਹ ਤਾਂ ਆਪਾਂ ਨੂੰ ਕਰਨਾ ਪਊਗਾ, ਇਹ ਆਪਰੇਸ਼ਨ ਵੱਡਾ ਬਹੁਤ ਵਗ ਜਾਊਗਾ। 2 ਚਾਂਸ ਹੈ ਆਪਰੇਸ਼ਨ ਕੱਢਣ ਦੇ। ਇੱਕ ਤਾਂ ਹੈਗਾ ਤੁਸੀਂ 1/6 3/8 ਇਹਨੂੰ ਇੱਕ ਦੂਜੇ ਦੇ ਵੰਡ ਕੇ ਦੇਖ ਲਓ, ਠੀਕ ਹੈ, ਇੱਕ ਚੀਜ਼ ਇਹ ਬਣ ਜਾਂਦੀ ਹੈ। ਦੂਸਰੀ ਗੱਲ ਆਪਾਂ ਇਹ ਕਰਦੇ ਆਂਗੇ, ਜਿਵੇਂ ਹੁਣ ਆਪਾਂ ਇਹਨਾਂ 'ਚੋਂ ਪਹਿਲਾਂ ਥੱਲੇ ਐਲਸੀਐਮ ਲੈ ਲਓ, ਕਿਸੇ ਸੰਖਿਆ ਦਾ ਐਲਸੀਐਮ ਲੈ ਲਓ ਥੱਲੇ ਤਾਂ, ਜਿਵੇਂ 6 8 9 4 5 8, ਇਹਦਾ ਐਲਸੀਐਮ ਲੈ ਲਿਆ ਆਪਾਂ। ਪਹਿਲਾਂ 2 'ਤੇ ਭੇਜਤਾ, ਇਹ ਗਿਆ 3 'ਤੇ ਆ ਗਿਆ, 4 'ਤੇ ਆ ਗਿਆ, 9 'ਤੇ ਆ ਗਿਆ, 2 'ਤੇ ਆ ਗਿਆ, 5 'ਤੇ ਆ ਗਿਆ, 4 'ਤੇ। ਇਸ ਤੋਂ ਬਾਅਦ ਫਿਰ 2 'ਤੇ ਭੇਜ ਦਿਓ, ਆ ਗਿਆ 3 'ਤੇ ਆ ਗਿਆ, 2 'ਤੇ ਆ ਗਿਆ, 9 'ਤੇ ਆ ਗਿਆ, 1 'ਤੇ ਆ ਗਿਆ, 5 'ਤੇ ਆ ਗਿਆ, 2 'ਤੇ। ਇਸ ਤੋਂ ਬਾਅਦ ਫਿਰ 2 'ਤੇ ਜਾ ਰਿਹਾ, ਆ ਗਿਆ 3 'ਤੇ ਆ ਗਿਆ, 1 'ਤੇ 9 1 5 1। ਹੁਣ ਕਿਹਦੇ ਜਾ ਰਿਹਾ ਇਹ, ਹੁਣ ਜਾ ਰਿਹਾ 3 'ਤੇ, ਆ ਗਿਆ 3 'ਤੇ ਆ ਗਿਆ, 3 9 'ਤੇ ਆ ਗਿਆ, 5 'ਤੇ। ਬਸ ਹੁਣ ਇਹ ਦੋ ਵਾਰ ਕੋਈ ਨਹੀਂ ਜਾ ਰਿਹਾ ਨਾ। ਇਸ ਤੋਂ ਬਾਅਦ ਦੇਖੋ 5 ਤੀਏ 15, 15 ਦੂਣਾ 30, 30 ਦੂਣਾ 60, 60 ਦੂਣਾ 120, 120 ਦੀ 3 ਨਾਲ ਕੀਤੀ, ਇਹ ਆ ਗਿਆ 360, ਠੀਕ ਹੈ। ਇਹ ਆ ਗਿਆ ਆਪਣੇ ਕੋਲ ਸਾਰਾ ਐਲਸੀਐਮ 360, 360। ਇਸ ਤੋਂ ਬਾਅਦ 1/6 ਦੇ ਨਾਲ ਵੀ 3 ਗੁਣਾ 60 ਦੀ ਗੁਣਾ ਕਰ ਦਿਓ, 3/8 ਨਾਲ ਵੀ 160 ਦੀ ਗੁਣਾ ਕਰ ਦਿਓ, 360 ਦੀ ਸੱਚ। ਇਸ ਤੋਂ ਬਾਅਦ 5/2 ਦੇ ਨਾਲ ਵੀ 360 ਦੀ ਗੁਣਾ ਕਰ ਦਿਓ। ਇਸ ਤੋਂ ਬਾਅਦ 3/5 ਨਾਲ ਵੀ 360 ਦੀ ਗੁਣਾ ਕਰ ਦਿਓ। ਇਸ ਤੋਂ ਬਾਅਦ 3/4 ਨਾਲ ਵੀ 360 ਦੀ ਗੁਣਾ ਕਰ ਦਿਓ, ਅਤੇ 7/8 ਨਾਲ ਵੀ 360 ਦੀ ਗੁਣਾ ਕਰ ਦਿਓ, ਠੀਕ ਹੈ। ਹੁਣ ਇਹਨਾਂ ਸਾਰਿਆਂ ਨੂੰ ਘਟਾ ਦਿਓ, ਆ ਕੀ ਆ ਗਿਆ, ਛਿਗਮ 36, ਆ ਤਾਂ ਗਿਆ 60, ਇਹਦੀ ਵੈਲੂ ਤਾਂ ਆ ਗਈ 60, ਠੀਕ ਹੈ। ਇਸ ਤੋਂ ਬਾਅਦ 336 ਨੂੰ ਵੰਡਣਾ ਆਪਾਂ 8 'ਤੇ, ਇਹਨੂੰ ਵੰਡਣਾ 360 ਨੂੰ ਵੰਡਣਾ ਆਪਾਂ 8 'ਤੇ। ਜਦੋਂ ਇਹਨੂੰ ਵੰਡਾਂਗੇ ਤਾਂ ਇਹ ਆ ਜੂ ਆਪਣੇ ਕੋਲ 45, ਅਤੇ 45 ਤੀਆ ਕਿੰਨੇ ਹੁੰਦੇ ਆ, ਕਿਉਂਕਿ ਉੱਪਰ ਤੀਆ ਵੀ ਪਿਆ ਨਾਲ, ਤਾਂ 45 ਤੀਆ ਆ ਗਏ 135। ਇਸ ਤੋਂ ਬਾਅਦ ਆ ਗਿਆ ਆਹ 360 ਨੂੰ, 360 ਨੂੰ ਜਦੋਂ ਆਪਾਂ 4 'ਤੇ ਵੰਡਿਆ ਤਾਂ ਇਹ ਆ ਗਿਆ ਆਪਣੇ ਕੋਲ 90, 90 5 450, ਠੀਕ ਹੈ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ 360, ਜਦੋਂ 360 ਨੂੰ ਆਪਾਂ ਵੰਡਿਆ ਕਿਤੇ 5 'ਤੇ ਤਾਂ ਆਨਸਰ ਆ ਗਿਆ ਆਪਣੇ ਕੋਲ 72, 72 ਗੁਣਾ 3 ਕਿੰਨਾ ਹੋ ਗਿਆ ਆਪਣੇ ਕੋਲ 216। ਇਸ ਤੋਂ ਬਾਅਦ 9 ਚੌਕਾ 360 ਨੂੰ ਜਦੋਂ ਆਪਾਂ ਭਾਗ ਕੀਤਾ 4 'ਤੇ ਤਾਂ ਇਹ ਆ ਗਿਆ 90, 90 ਤੀਆ 270। ਇਸ ਤੋਂ ਬਾਅਦ ਇਹ ਵੀ ਹੋ ਗਿਆ 270 ਵਾਲਾ ਵੀ। ਇਸ ਤੋਂ ਬਾਅਦ 360 ਨੂੰ 4 'ਤੇ ਵੰਡਣਾ ਸੀ, ਭਾਗ 4 90 9 'ਤੇ ਇਹ 270, ਇਹ ਵੀ ਹੋ ਗਿਆ 216 ਵਾਲਾ ਵੀ ਹੋ ਗਿਆ ਸੀ। ਇਸ ਤੋਂ ਬਾਅਦ ਲਾਸਟ 'ਤੇ ਕਿੰਨੇ ਹੋ ਗਏ 1 2 3 4 5, 1 2 3 4 5, ਹਾਂ ਲਾਸਟ ਵਾਲਾ ਰਹਿ ਗਿਆ। ਅਤੇ 8 ਨੂੰ ਜਦੋਂ ਆਪਾਂ 360 'ਤੇ ਵੰਡਿਆ ਇਹ ਆ ਜੂਗਾ ਇੱਥੇ 45, 45 ਦੀ ਆਪਾਂ 7 ਨਾਲ ਗੁਣਾ ਕਰਨੀ ਆ ਹੁਣ, ਤਾਂ ਇਹ ਆ ਜੂਗਾ 315। ਇਹਨੇ ਕੀ ਕਿਹਾ ਕਿ ਵਾਧੇ ਕਰਮ 'ਚ ਲਿਖਣੇ ਆ,
ਤਾਂ ਸਭ ਤੋਂ ਛੋਟਾ ਆਹ ਇਹ ਵਾਧੇ ਕਰਮ 'ਚ ਆਟੋਮੈਟਿਕਲੀ ਲਿਖੇ ਗਏ, ਤਾਂ ਜਿਹੜਾ ਪਹਿਲਾ ਏ ਨੰਬਰ ਆਪਸ਼ਨ ਹੈਗਾ ਇਹੀ ਵਾਧੇ ਕਰਮ 'ਚ ਜਮਾ ਸਹੀ ਆ ਜਾਊਗਾ। ਠੀਕ ਹੈ, ਕਿਉਂਕਿ ਇਹਦੀ ਵੈਲਿਊ ਦੇਖ ਲਓ, 1/6 ਵਾਲੀ ਦੀ ਵੈਲਿਊ 60 ਹੈਗੀ, 3/8 ਵਾਲੇ ਦੀ ਇੰਨੀ ਹੈ, ਤਾਂ ਕਰਕੇ ਇਹ ਵਾਧੇ ਕਰਮ 'ਚ ਲਿਖਣੇ ਸੀ। ਤਾਂ ਵਾਧੇ ਕਰਮ 'ਚ ਆਟੋਮੈਟਿਕ ਦਿੱਤੇ ਹੋਏ ਆ ਇਹ, ਜਿਹੜੇ ਮੈਂ ਪਹਿਲੀ ਆਪਸ਼ਨ ਚੱਕੀ ਸੀ ਉਹਦੇ ਹਿਸਾਬ 'ਤੇ ਵਾਧੇ ਕਰਮ ਆ ਗਏ, ਨਹੀਂ ਆਪਾਂ ਇੰਟਰਫੇਅਰ ਕਰ ਦਿੰਦੇ ਜੇ। ਇਹ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਬਸ LCM ਕਰਕੇ ਉਹਨੇ ਕੱਟ ਦਿਆ ਕਰੋ, ਬਾਹਲੀ ਭਾਗ ਗੁਣਾ ਕਰਨਾ ਹੁਣ। ਇਸ ਤੋਂ ਬਾਅਦ ਆ ਗਿਆ ਬੌਡ ਮਾਸ। ਇਹਨਾਂ ਨੂੰ ਪਤਾ ਕਿ ਜਦੋਂ ਬੌਡ ਮਾਸ ਦਾ ਫਾਰਮੂਲਾ ਆਪਾਂ ਹੱਲ ਕਰਨਾ ਹੋਵੇ, ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਲਿਖਦੇ ਹੁੰਦੇ ਹਾਂ, -9 ਭਾਗ ਵਾਲੀ ਰਕਮ ਨੂੰ ਆਪਾਂ ਉਲਟਾ ਦਿੰਦੇ ਹੁੰਦੇ ਹਾਂ। ਠੀਕ ਹੈ, ਇਹਦੇ ਨਾਲ ਆਹ ਕੱਟਿਆ ਗਿਆ। ਇਸ ਤੋਂ ਬਾਅਦ ਕੀ ਬਚ ਗਿਆ ਮਗਰ, -1। ਠੀਕ ਹੈ, ਆਹ ਕੱਟੇ ਗਏ ਸੀ ਆਪਸ ਦੇ ਵਿੱਚ। 1 ਮਿੰਟ, 9 + 9 ਗੁਣਾ 9 -1, ਆਹ ਚੀਜ਼ ਬਚ ਗਈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੁਣਾ। 9 9 81 -1, 81 ਦੇ ਵਿੱਚ 9 ਜੋੜੇ ਕਿੰਨੇ ਹੋ ਗਏ, 90, ਕਿਉਂਕਿ ਇਹਦੇ ਬਾਅਦ ਪਲੱਸ ਹੱਲ ਕਰਦੇ ਹੁੰਦੇ, ਐਂਡ 'ਤੇ ਆਪਾਂ ਹੱਲ ਕਰਦੇ ਹੁੰਦੇ ਮਾਈਨਸ, ਇਹ ਆ ਜਾਊਗਾ 99 ਆਨਸਰ। ਠੀਕ ਹੈ, ਇਸ ਤੋਂ ਬਾਅਦ ਅੱਗੇ ਆ ਗਏ ਆਪਾਂ, ਕਹਿੰਦੇ ਨਿੰਮੀ ਨੇ 250 ਰੁਪਏ ਦਾ ਇੱਕ ਸੁੰਦਰ ਉਤਪਾਦ ਖਰੀਦਦੀ ਹੈ, ਇਸਨੂੰ 280 ਰੁਪਏ ਦੀ ਵੇਚ ਦਿੰਦੀ ਹੈ। 250 ਰੁਪਏ ਦੀ ਚੀਜ਼ ਖਰੀਦ ਕੇ ਉਹਨੇ ਕਿੰਨੇ ਦੀ ਵੇਚਤੀ, 280 ਦੀ ਖਰੀਦਤੀ, ਅਤੇ ਕਿੰਨਾ ਲਾਭ ਹੋ ਗਿਆ ਉਹਨੂੰ, 30 ਰੁਪਏ। 30 ਲਾਭ ਹੋ ਗਿਆ। 250 ਦੀ ਉਹ ਲੈ ਕੇ ਆਈ ਸੀ, % ਕੱਢਣ ਵਾਸਤੇ ਉੱਪਰ 100 ਲਾਤਾ, 25 ਚੌਂਕਾ 25 10, 0 ਨਾਲ 0 ਕੱਟੀ ਗਈ, 4 ਤੇ 12, ਤਾਂ 12% ਭਾਈ ਇਹਦਾ ਆਨਸਰ ਆ ਗਿਆ। ਇਸ ਤੋਂ ਬਾਅਦ ਆਹ ਪ੍ਰਸ਼ਨ ਪੁੱਛ ਲਿਆ ਇਹਨਾਂ ਨੇ, ਕਹਿੰਦੇ ਭਾਈ ਇਹਨੇ ਰੇਸ਼ੋ ਦੱਸੋ XY ਅਤੇ YZ ਦੀ। ਇਹ ਵੀ ਤੁਹਾਨੂੰ ਸਾਰੇ ਕਰਵਾ ਕੇ ਗਿਆ ਹੋਇਆ, ਇਹਦਾ ਫਾਰਮੂਲਾ ਤੁਹਾਨੂੰ ਇੱਕ ਹੀ ਕਰਵਾਇਆ ਹੋਇਆ ਮੈਂ, 4 7 ਅਤੇ 6 10। ਠੀਕ ਹੈ, ਇਹਦੀ ਗੁਣੇ ਦੇਣਾ 6 ਚੌਂਕਾ 24, 6 6 37 7 6 42 70। ਇਹ ਹੁਣ ਵੰਡੇ ਜਾਂਦਾ 2 ਦੇ ਪਹਾੜੇ 'ਤੇ, ਇਹਦਾ ਗਿਆ 35 'ਤੇ, ਆ ਗਿਆ 21 'ਤੇ, ਆ ਗਿਆ 12 'ਤੇ। 12 21 35 ਕਿੱਥੇ ਪਿਆ, ਆ ਪਿਆ। ਠੀਕ ਹੈ ਜੀ। ਇਸ ਤੋਂ ਬਾਅਦ 55,000 ਰੁਪਏ ਅਤੇ 55% ਦੇ ਹਿਸਾਬ ਨਾਲ 2 ਸਾਲਾਂ ਸਧਾਰਨ ਵਿਆਜ ਕੀ ਹੋਊਗਾ। ਸਧਾਰਨ ਵਿਆਜ ਪਤਾ ਕਰਨ ਵਾਸਤੇ ਮੂਲਧਨ ਗੁਣਾ ਦਰ ਗੁਣਾ ਸਮਾਂ ਬਟਾ 100, 0 ਨਾਲ 0 ਕੱਟੀ ਗਈ, 50 ਦੂਣਾ 110, ਤਾਂ 110 ਦੀ ਜਦੋਂ ਗੁਣਾ ਕਰਾਂਗੇ ਆਪਾਂ 15 ਨਾਲ, ਤਾਂ ਇਹ ਆ ਜਾਊ ਆਪਣੇ ਕੋਲ 1650 ਰੁਪਏ। ਠੀਕ ਹੈ, 1650 ਰੁਪਏ। ਇਹ ਕੀ ਕਹਿ ਰਹੇ ਨੇ, 2 ਸਾਲਾਂ ਵਿੱਚ ਸਧਾਰਨ ਵਿਆਜ ਪਤਾ ਕਰੋ। ਇੰਨਾ ਵਿਆਜ ਕਿਵੇਂ ਬਣੂਗਾ ਪੁੱਤਰੋ, ਸਵਾਲ ਹੀ ਗਲਤ ਲੱਗਦਾ ਮੈਨੂੰ। 55,000 ਰੁਪਏ ਦਾ 15% ਦੀ ਦਰ ਨਾਲ 2 ਸਾਲਾਂ ਦੇ ਵਿੱਚ ਸਧਾਰਨ ਵਿਆਜ ਕੱਢਣਾ, ਕਿੰਨਾ ਆ ਜਾਊਗਾ, 0 ਨਾਲ 0 ਕੱਟੀ ਗਈ। ਠੀਕ ਹੈ, 55 ਗੁਣਾ 15 825, 825 ਗੁਣਾ 2, ਇਹ ਆ ਜਾਊਗਾ 1650। ਬੱਚੋ 1650 ਆਨਸਰ ਆਊਗਾ। ਇਹਨਾਂ ਦੀ ਆਪਸ਼ਨ ਦੇ ਵਿੱਚ ਮਿਸਟੇਕ ਹੈ, B ਨੰਬਰ ਆਪਸ਼ਨ ਬਣਦਾ ਸਧਾਰਨ ਵਿਆਜ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਆਪਾਂ ਅੱਗੇ। ਇਸ ਤੋਂ ਬਾਅਦ ਇਹਨੇ ਦਿੱਤਾ ਆਪਾਂ ਨੂੰ ਅਗਲਾ ਸਵਾਲ, ਕਹਿੰਦੇ 2 ਰਾਸ਼ੀਆਂ ਨੂੰ ਕ੍ਰਮਵਾਰ ਕੀ ਕਰਿਆ ਗਿਆ, 2 ਰਾਸ਼ੀਆਂ ਨੂੰ ਕ੍ਰਮਵਾਰ 3 ਸਾਲਾਂ ਅਤੇ 4 ਸਾਲਾਂ ਦੀ 10% ਸਧਾਰਨ ਵਿਆਜ ਦੇ ਆਧਾਰ 'ਤੇ ਦਿੱਤਾ ਗਿਆ। ਦੋਨਾਂ ਅਵਧੀਆਂ ਦੇ ਵਿੱਚ ਵਿਆਜਾਂ ਦਾ ਅੰਤਰ ਕਿੰਨਾ, 450। ਹਰੇਕ ਦੀ ਰਾਸ਼ੀ ਪਤਾ ਕਰੋ। ਦੇਖੋ, ਜਦੋਂ ਵਿਆਜ 3 ਤੋਂ 4 ਸਾਲ ਲੱਗਿਆ ਤਾਂ ਕਿੰਨਾ ਫਰਕ ਪੈ ਗਿਆ, 10% ਫਰਕ ਪੈ ਗਿਆ। ਜਦੋਂ 3 ਤੋਂ 4 ਸਾਲ ਕਹਿੰਦੇ ਵਿਆਜ ਲੱਗਿਆ, 3 ਅਤੇ 4 ਦਾ ਡਿਫਰੈਂਸ ਕੱਢ ਲਿਆ ਉਹਨਾਂ ਨੇ। ਕਹਿੰਦੇ 3 ਅਤੇ 4 ਸਾਲ, 2 ਇੱਕ ਦਾ ਤਾਂ ਦਿੱਤਾ ਗਿਆ 3 ਸਾਲਾਂ ਵਾਸਤੇ, ਇੱਕ ਦਿੱਤਾ ਗਿਆ 4 ਸਾਲਾਂ ਵਾਸਤੇ। ਕਹਿੰਦਾ ਜਿਹੜਾ 3 ਸਾਲਾਂ ਅਤੇ 4 ਸਾਲਾਂ ਵਾਲਾ ਵਿਆਜ ਆ, ਇਹਨਾਂ ਦੇ ਵਿੱਚ ਜਿਹੜਾ ਫਰਕ ਪਿਆ ਉਹ 10% ਦਾ ਫਰਕ ਪੈ ਗਿਆ, ਕਿਉਂਕਿ 10% ਹੀ ਵਿਆਜ ਲੱਗਦਾ ਸੀ। 10 ਇਹ 'ਤੇ ਲੱਗੀ, 10 ਇਹ 'ਤੇ। ਜਦੋਂ 1 ਸਾਲ ਦਾ ਗੈਪ ਪੈ ਗਿਆ, ਜੇ 3 ਸਾਲ ਲੱਗ ਕੇ ਵਿਆਜ ਹਟ ਗਿਆ, ਇਹ 'ਤੇ 1 ਸਾਲ ਵੱਧ ਲੱਗ ਰਿਹਾ, ਉਹਦੇ ਨਾਲ ਕਿੰਨੇ ਦਾ ਫਰਕ ਪੈ ਗਿਆ, 10% ਦਾ ਵੱਧ ਲੱਗ ਗਿਆ। 10% ਵੱਧ ਲੱਗਣ ਨਾਲ 450 ਰੁਪਏ ਦਾ ਅੰਤਰ ਪੈ ਗਿਆ। ਠੀਕ ਹੈ, ਤਾਂ ਆਪਾਂ 1% ਦੀ ਵੈਲੂ ਕੱਢ ਲਓ। 1% ਦੀ ਵੈਲੂ ਕਿੰਨੀ ਆ ਗਈ ਆਪਣੇ ਕੋਲ, 45, ਅਤੇ 100% ਦੀ ਕਿੰਨੀ ਆਊਗੀ, 100 ਗੁਣਾ 45 ਕਰ ਦਿਓ, ਅਤੇ 4500 ਆਨਸਰ ਆ ਗਿਆ, C ਨੰਬਰ ਆਪਸ਼ਨ। ਠੀਕ ਹੈ, ਹੁਣ ਇਹ ਨਾ ਕਿਹਾ ਕਰੋ ਸਰ ਜੀ ਤੁਸੀਂ ਪੇਪਰ ਦਿਓ ਮੇਰਾ। ਠੀਕ ਹੈ, ਇਹ ਵੀ ਮਿਲ ਕੇ ਇੱਕ ਕੰਮ ਨੂੰ 6 ਦਿਨਾਂ 'ਚ ਪੂਰਾ ਕਰਦੇ ਆ। ਇਹ ਇਕੱਲਾ ਉਸ ਕੰਮ ਨੂੰ 15 ਦਿਨਾਂ 'ਚ ਪੂਰਾ ਕਰਦਾ। B ਇਕੱਲਾ ਉਸੇ ਕੰਮ ਨੂੰ ਕਿੰਨੇ ਦਿਨਾਂ 'ਚ ਪੂਰਾ ਕਰੂਗਾ। ਦੇਖੋ, ਜਿਹੜੇ ਬੱਚਿਆਂ ਨੇ ਹਜੇ ਵੀ ਟਾਈਮ ਐਂਡ ਵਰਕ ਕਰਵਾਏ ਨੇ, ਸ਼ੁਰੂ ਕਰੂੰਗਾ ਉਹ ਦੱਸ ਦੂੰਗਾ, ਵੈਸੇ ਮੈਂ ਤੁਹਾਨੂੰ ਸਵਾਲ ਕਰਵਾ ਦਿੰਦਾ। ਦੇਖੋ, A ਅਤੇ B ਮਿਲ ਕੇ ਕਿਸੇ ਕੰਮ ਨੂੰ 6 ਦਿਨਾਂ 'ਚ ਪੂਰਾ ਕਰਦੇ ਆ। ਠੀਕ ਹੈ, A + B ਕਿਸੇ ਕੰਮ ਨੂੰ ਮਿਲ ਕੇ 1/6 ਦਿਨਾਂ 'ਚ ਪੂਰਾ ਕਰਦਾ, ਦੋਨਾਂ ਦਾ ਕੰਮ ਹੈ। ਕਹਿੰਦੇ A ਇਕੱਲਾ ਉਸੇ ਕੰਮ ਨੂੰ ਕਿੰਨੇ ਦਿਨਾਂ 'ਚ ਪੂਰਾ ਕਰਦਾ, 15 ਦਿਨ। ਦੋਨਾਂ ਦਾ ਕੰਮ ਤਾਂ ਹੈਗਾ 1/6, 1/6, ਅਤੇ ਇਕੱਲੇ A ਦਾ ਕੰਮ ਕਿੰਨਾ, 1/15। ਅਤੇ ਜਦੋਂ ਆਪਾਂ ਦੋਨਾਂ ਦੇ ਕੰਮ 'ਚ ਇੱਕ ਕੰਮ ਨੂੰ ਮਾਈਨਸ ਕਰਤਾ ਤਾਂ ਦੂਸਰੇ ਆਨਸਰ ਆਟੋਮੈਟਿਕ ਹੀ ਆ ਜਾਊਗਾ। ਆਪਾਂ ਕਰ ਦਿੰਦੇ ਹਾਂ, ਪਹਿਲਾਂ ਤਾਂ ਸਭ ਤੋਂ 6 ਅਤੇ 15 ਦਾ ਆਪਾਂ LCM ਕੱਢ ਲੈਂਦੇ ਹਾਂ। ਠੀਕ ਹੈ, 3 ਦੂਣੀ 6, 5 ਤੀਏ 15। ਇਸ ਤੋਂ ਬਾਅਦ ਕਿਤੇ ਜਾਂਦਾ ਨਹੀਂ, 5 ਦੂਣੀ 10, 10 ਤੀਏ 30, 30 ਆ ਗਿਆ ਲਘੁੱਤਮ ਇਹਦਾ।
30 ਆ ਗਿਆ ਲਘੁੱਤਮ, ਠੀਕ ਹੈ। 6 5 ਆ 30, ਥੱਲੇ ਦੇ ਪਹਿਲਾਂ ਭਾਗ ਕਰੀਦਾ ਹੁੰਦਾ ਗਾ, 5 ਤਾਹਲੇ ਨਾਲ ਗੁਣਾ 5 ਆ ਗਿਆ, 15 ਦੂਣਾ 30, 3/30। ਤਾਂ ਭਾਈ ਜਿਹੜਾ ਦੂਸਰਾ ਏ ਕੰਮ ਕਰਦਾ ਉਹ ਕਰਦਾ 10 ਦਿਨਾਂ 'ਚ ਕੰਮ ਪੂਰਾ, ਠੀਕ ਹੈ। ਅਤੇ ਦੋਨਾਂ ਦੇ ਕੰਮ ਦੇ ਵਿੱਚੋਂ ਏ ਦਾ ਕੰਮ ਘਟਾਤਾ, ਜਿਹੜਾ ਕੰਮ ਮਗਰ ਬਚ ਗਿਆ ਉਹ ਬੀ ਦਾ ਕੰਮ ਬਚ ਗਿਆ, ਬੀ 10 ਦਿਨਾਂ 'ਚ ਕੰਮ ਪੂਰਾ ਕਰਦਾ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਗ੍ਰਾਫ। 2019 ਵਿੱਚ ਪਹਿਲੀ ਤਿਮਾਹੀ ਦੇ ਵਿੱਚ ਇੱਕ ਕੰਪਨੀ ਦੁਆਰਾ ਨਿਰਧਾਰਤ ਕਾਰਾਂ ਦੇ ਰੰਗ ਸਰਵੇਖਣ ਦੇ ਨਤੀਜੇ ਨੂੰ ਦਰਸਾਉਂਦਾ ਹੈ। ਦੇਖੋ ਬੱਚੋ, ਜਿਹੜੇ ਇਹ ਸਵਾਲ ਥੋੜ੍ਹੇ ਲੈਂਥੀ ਜਾਣਗੇ, ਠੀਕ ਹੈ। ਪਰਸੈਂਟ ਜਿਹੜੀ ਰਕਮ ਹੈ ਇਹ ਤੁਹਾਨੂੰ ਜਦੋਂ ਮੈਂ ਨਾ ਸ਼ੁਰੂ ਕੀਤੀ ਇਕਾਈ ਉਦੋਂ ਪੂਰੀ ਚੰਗੀ ਤਰ੍ਹਾਂ ਕਰਵਾਊਂਗਾ ਇਹ ਮੈਂ, ਠੀਕ ਹੈ, ਕਿਉਂਕਿ ਹੁਣ ਟਾਈਮ ਬਹੁਤ ਲੱਗਣਾ ਗਾ। ਓਕੇ, ਇਹਦਾ ਬਸ ਕੋਈ ਚੱਕਰ ਵਾਲੀ ਗੱਲ ਨਹੀਂ, ਪਰਸੈਂਟ ਹੀ ਘਟਾਉਣੇ ਵਧਾਉਣੇ ਆਪਾਂ, ਉਹ ਆਪਾਂ ਅੰਕੜੇ ਤੁਹਾਨੂੰ ਮੈਂ ਦਿਖਾ ਦੂੰਗਾ। ਇਸ ਤੋਂ ਬਾਅਦ ਬੱਚੋ ਆਹ ਆਪਰੇਸ਼ਨ ਹੈਗਾ ਗਾ ਮੈਂਟਲ ਐਬਿਲਿਟੀ ਦਾ। ਲੌਜੀਕਲ ਥਿੰਕਿੰਗ ਕਹਿੰਦੇ ਇਕਾਈ ਨੂੰ, ਲੌਜੀਕਲ ਥਿੰਕਿੰਗ, ਕਿ ਜਿਹੜਾ ਆਪਣਾ ਸੋਚਦੇ ਕੀ ਆ ਆਪਾਂ। ਦੇਖੋ ਇਹਦਾ ਆਪਣੇ ਇਹ ਪੇਪਰ 'ਤੇ ਡਿਪੈਂਡ ਕਰਦਾ ਕਿ ਉਹ ਕੀ ਸੋਚਦਾ ਗਾ। ਬਸ ਜਿਹੜੀ ਇਹਨੇ ਸਟੇਟਮੈਂਟ ਦਿੱਤੀ ਉਹੀ ਗੱਲ ਮੰਨਣੀ ਆਪਾਂ, ਹੋਰ ਕੋਈ ਗੱਲ ਨਹੀਂ ਮੰਨਣੀ। ਕੀ ਲਿਖਿਆ ਵਾ? ਹੇਠ ਲਿਖੇ ਦੋ ਕਥਨਾਂ ਦੇ ਵਿੱਚੋਂ ਦਾਅਵਾ ਹੈ ਕਿ ਏ ਅਤੇ ਕਾਰਨ ਬੀ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਦੱਸੋ। ਅਸੀਂ ਚਮਕਦਾਰ ਫਰਸ਼ ਉੱਤੇ ਨੱਚਦੇ ਸਮੇਂ ਫਿਸਲਦੇ ਹਾਂ। ਚਮਕਦਾਰ ਫਸਲ ਉੱਤੇ ਰਗੜ ਘੱਟ ਹੁੰਦੀ ਹੈ। ਦੇਖੋ ਆਹ ਚੀਜ਼ ਤਾਂ ਸਹੀ ਹੈ, ਅਸੀਂ ਨੱਚਦੇ ਸਮੇਂ ਫਿਸਲਦੇ ਹਾਂ ਬਈ ਆਪਾਂ ਕਿਵੇਂ ਚਮਕਦਾਰ ਫਸਲ ਤੋਂ, ਠੀਕ ਹੈ, ਅਤੇ ਉਹਦੇ 'ਤੇ ਰਗੜ ਵੀ ਘੱਟ ਹੁੰਦੀ ਹੈ, ਇਹ ਗੱਲ ਵੀ ਸਹੀ ਹੈ, ਠੀਕ ਹੈ। ਤਾਂ ਇਹ ਆਪਾਂ ਇਸ ਨਾਲ ਕਰਾਂਗੇ ਕਿ ਏ ਆਰ ਸੱਚ ਹਨ, ਆਰ ਏ ਸਹੀ ਵਿਆਖਿਆ ਹੈ, ਠੀਕ ਹੈ। ਇਹਦਾ ਨੰਬਰ ਏ ਨੰਬਰ ਆਪਸ਼ਨ ਲਾ ਦਾਂਗੇ, ਕਿਉਂਕਿ ਜਦੋਂ ਆਪਾਂ ਫਸਲ 'ਤੇ ਨੱਚਦੇ ਟੱਪਦੇ ਹਾਂ, ਜਦੋਂ ਭੱਜਦੇ ਹਾਂ ਆਪਾਂ ਫਿਸਲਦੇ ਹਾਂ, ਕਿਉਂਕਿ ਇਹਦੇ ਰਗੜ ਘੱਟ ਹੁੰਦੀ ਹੈ। ਤਾਂ ਦੋਨੇ ਆਪਸ਼ਨ ਹੀ ਠੀਕ ਹੈ ਇਹ, ਅਤੇ ਏ ਅਤੇ ਆਰ ਦੋਨੇ ਸੱਚ ਹਨ, ਠੀਕ ਹੈ। ਇਸ ਤੋਂ ਬਾਅਦ ਆਪਾਂ ਆ ਗਏ, ਇਹ ਜੋ ਤੁਹਾਨੂੰ ਲੌਜਿਕ ਥਿੰਕਿੰਗ ਕਰਵਾਉਂਗੇ ਇਹਦੀ ਕੋਈ ਗੱਲ ਜੀ ਨਹੀਂ ਬਣਦੀ ਹੁੰਦੀ, ਬਸ ਇਹ ਤਾਂ ਆਪਣੇ ਮਾਈਂਡ ਦਾ ਕੰਮ ਕਰਦਾ ਹੁੰਦਾ ਗਾ। ਇਸ ਤੋਂ ਬਾਅਦ ਆਹ ਤਾਂ ਤੁਸੀਂ ਬੱਚੋਂ ਕਰ ਹੀ ਲਓਗੇ, ਇਹ 'ਤੇ ਕਿਉਂ ਟਾਈਮ ਖ਼ਰਾਬ ਕਰਨਾ ਆਪਾਂ, ਠੀਕ ਹੈ। ਸੀਰੀਜ਼ ਬਣਾ ਲਓ। ਬੀ ਤੋਂ ਬਾਅਦ ਆਰ ਕਿੰਨੇ ਅੱਖਰਾਂ ਤੋਂ ਬਾਅਦ ਆਉਂਦਾ, ਆਰ ਤੋਂ ਬਾਅਦ ਐਮ ਕਿੰਨੇ ਅੱਖਰਾਂ ਬਾਅਦ ਆਉਂਦਾ, ਐਮ ਤੋਂ ਬਾਅਦ ਇਹ ਕਿੰਨੇ ਅੱਖਰਾਂ ਤੱਕ ਆਉਂਦਾ। ਇਹਦੇ ਬਾਅਦ ਮੈਨੂੰ ਆਰ ਬੀ ਸੀ ਸਾਰੀ ਲਿਖਣੀ ਪਊਗੀ, ਤਾਂ ਇਹ ਤੁਸੀਂ ਆਪਦੇ ਆਪ ਕਰ ਲਿਓ, ਜਿਵੇਂ ਸੌਖਾ ਸਵਾਲ ਹੈਗਾ। ਆਹ ਵੀ ਤੁਸੀਂ ਆਪਦੇ ਆਪ ਕਰ ਲਿਓ, ਠੀਕ ਹੈ, ਕਿਉਂਕਿ ਇਹਦੇ ਪਿਛਲੀਆਂ ਚੀਜ਼ਾਂ ਚੇਂਜ ਕਰੀਆਂ ਹੋਈਆਂ ਇਹਨਾਂ ਨੇ। ਤੁਸੀਂ ਇਹ ਦੇਖ ਲਿਓ ਕਿ ਆ ਕਿਊ ਅਤੇ ਯੂ ਦਾ ਕਿੰਨਾ ਫਰਕ ਪਾਇਆ ਵਾ, ਅਤੇ ਇੱਥੇ ਵੀ ਤੁਸੀਂ ਡਿਫਰੈਂਸ ਚੈੱਕ ਕਰ ਲਿਓ, ਠੀਕ ਹੈ। ਇੱਕ ਔਰਤ ਨੇ ਆਦਮੀ ਨੂੰ ਆਪਣੇ ਭਰਾ ਦੇ ਪਿਤਾ ਦੀ ਇਕਲੌਤੀ ਧੀ ਪੁੱਛ, ਇਹ ਵੀ ਪੁੱਛੋ ਤੁਸੀਂ ਕਰ ਲਿਓ, ਕਿਉਂਕਿ ਰਿਸ਼ਤੇ ਵਾਲਾ ਸਵਾਲ ਹੈਗਾ, ਠੀਕ ਹੈ। ਕੋਈ ਬਾਹਲਾ ਵੱਡਾ ਟਫ ਕੰਮ ਨਹੀਂ ਹੈਗਾ, ਸਿਰਫ ਮੈਂ ਸਮਝਾਉਂਦਾ ਦੱਸਿਆ ਜਿਹੜੇ ਸਵਾਲ ਔਖੇ ਜੋ ਕੱਢਤੇ। ਇਸ ਤੋਂ ਬਾਅਦ ਹੈਗਾ ਡਾਇਸ ਦਾ ਸਵਾਲ, ਕਹਿੰਦੇ ਬੀ ਦੇ ਉਲਟ ਕਿਹੜਾ ਆਊਗਾ। ਤਿੰਨ ਵੱਖ-ਵੱਖ ਸਥਿਤੀਆਂ ਦੇ ਵਿੱਚ ਬੀ ਦੇ ਉਲਟ ਕਿਹੜਾ ਆਊਗਾ। ਬੀ ਕਿੱਥੇ ਪਿਆ? ਆ ਪਿਆ ਬੀ, ਠੀਕ ਹੈ। ਬੀ ਦੇ ਉਲਟ ਕਿਹੜਾ ਆਊਗਾ ਦੱਸੋ। ਦੇਖੋ ਬੱਚੋ, ਇਹ ਡਾਇਸ ਵਾਲਾ ਚੈਪਟਰ ਹੈਗਾ, ਇਹ ਸਾਰਾ ਆਪਾਂ ਨੂੰ ਕਨਸੈਪਟ ਸਮਝਣਾ ਪਊਗਾ। ਵੈਸੇ ਮੈਂ ਤੁਹਾਨੂੰ ਮੋਟਾ ਕਰਵਾ ਦਿੰਦਾ, ਇਹ 'ਚ ਐਂਟੀ ਚੀਜ਼ ਚੱਕੀ ਦੀ ਹੁੰਦੀ ਹੈ, ਠੀਕ ਹੈ। ਬੀ ਦਾ ਵਿਰੋਧੀ ਸ਼ਬਦ ਦੱਸੋ ਕਿੱਥੇ ਹੈ, ਕਹਿੰਦੇ ਬੀ ਕਿੱਥੇ ਪਿਆ ਹੈਗਾ, ਬੀ ਆ ਪਿਆ, ਠੀਕ ਹੈ। ਬੀ ਅਤੇ ਐਲ ਆ ਪਿਆ, ਠੀਕ ਹੈ। ਇਹਦੇ 'ਚ ਆਪਾਂ ਕਾਮਨ ਦੇਖੋ, ਕਾਮਨ ਕਿਹੜਾ ਦਿੱਤਾ? ਟੀ ਨੂੰ ਨਾ ਆਪਾਂ ਕਲੌਕਵਾਈਜ਼ ਲਿਖਣਾ ਹੁੰਦਾ, ਟੀ ਬੀ ਐਲ। ਉਸੇ ਤਰ੍ਹਾਂ ਨਾਲ ਅਗਲੇ 'ਚ ਕਿੱਥੇ ਟੀ ਪਈ ਹੈ, ਆਹ ਪਈ ਹੈ ਟੀ, ਇਹ ਚੱਕ ਲਓ ਟੀ ਐਸ ਜੈਡ। ਤਾਂ ਭਾਈ ਬੀ ਦੇ ਉਲਟ ਕਿਹੜੀ ਆਊਗੀ? ਐਸ ਆਊਗੀ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਬੀ ਦੇ ਉਲਟ ਕੀ ਆਊਗੀ? ਐਸ ਆਊਗੀ, ਅਤੇ ਟੀ ਦੇ ਬਰਾਬਰ ਕੀ ਆਊਗੀ? ਜੈਡ ਆਊਗੀ। ਤਾਂ ਇਹਦਾ ਆਨਸਰ ਹੈਗਾ ਐਸ ਪਿਆ ਕਿ, ਅਤੇ ਆਹ ਪਿਆ ਬੀ ਨੰਬਰ ਆਪਸ਼ਨ ਦੇ ਵਿੱਚ। ਇਹ ਤੁਹਾਨੂੰ ਕਨਸੈਪਟ ਪਤਾ ਨਹੀਂ ਲੱਗਣਾ ਜਿੰਨਾ ਚਿਰ ਮੈਂ ਤੁਹਾਨੂੰ ਇਹ ਕਰਵਾਉਂਦਾ ਨਹੀਂ ਹੈਗਾ। ਇਹ 'ਚ ਕਈ ਡਾਇਸ ਹੁੰਦੀਆਂ, ਸਟੈਂਡਰਡ ਡਾਇਸ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਅਗਲਾ, ਆਹ ਆਪਣੇ 4 ਦਿਸ਼ਾਵਾਂ ਹੁੰਦੀਆਂ, ਆਹ ਹੁੰਦਾ ਪੂਰਬ, ਆਹ ਹੁੰਦਾ ਪੱਛਮ, ਆਹ ਹੁੰਦਾ ਉੱਤਰ, ਆਹ ਹੁੰਦਾ ਦੱਖਣ। ਕਹਿੰਦੇ ਵਿੱਕੀ 8 ਕਿਲੋਮੀਟਰ ਦੱਖਣ ਵੱਲ ਗਿਆ, ਇੱਧਰ ਗਿਆ ਵਿੱਕੀ 8 ਕਿਲੋਮੀਟਰ। 8 ਕਿਲੋਮੀਟਰ ਦਿਸ਼ਾ ਸਾਈਕਲ ਵੱਲ ਚਲਾਉਣੀ ਸ਼ੁਰੂ ਕੀਤੀ, ਅਤੇ ਸੱਜੇ ਮੁੜਿਆ। ਹੁਣ ਉਹਦਾ ਸੱਜਾ ਪਾਸਾ ਕਿਹੜਾ ਹੋ ਗਿਆ? ਜਦੋਂ ਉਹਦਾ ਮੂੰਹ ਇੱਧਰ ਹੈਗਾ ਤਾਂ ਉਹਦਾ ਸੱਜਾ ਪਾਸਾ ਹੋ ਗਿਆ ਇੱਧਰਲੇ ਪਾਸੇ, ਠੀਕ ਹੈ। ਉਹਦਾ ਸੱਜਾ ਪਾਸਾ ਹੋ ਗਿਆ ਇੱਧਰਲੇ ਪਾਸੇ ਸੱਜੇ ਪਾਸੇ ਕਿੰਨਾ ਗਿਆ ਉਹ? 4 ਕਿਲੋਮੀਟਰ, ਠੀਕ ਹੈ। ਇਸ ਤੋਂ ਬਾਅਦ ਜੋ 4 ਕਿਲੋਮੀਟਰ ਗਿਆ, ਇਸ ਤੋਂ ਬਾਅਦ ਕਹਿੰਦੇ ਉਹ ਫੇਰ ਕਿੰਨਾ ਮੁੜਿਆ? ਫਿਰ ਦੁਬਾਰਾ ਸੱਜੇ ਪਾਸੇ ਮੁੜਿਆ ਅਤੇ 8 ਕਿਲੋਮੀਟਰ ਗਿਆ। ਹੁਣ ਜਦੋਂ ਉਹ ਇੱਧਰ ਆ ਰਿਹਾ ਹੈ, ਜਦੋਂ ਹੁਣ ਦੁਬਾਰਾ ਫਿਰ ਉਹ ਇੱਧਰ ਆ ਰਿਹਾ ਹੈਗਾ, ਹੁਣ ਉਹਦਾ ਮੂੰਹ ਇੱਧਰਲੇ ਪਾਸੇ ਆ, ਹੁਣ ਦੁਬਾਰਾ ਫਿਰ ਉਹ ਸੱਜੇ ਪਾਸੇ ਮੁੜਿਆ ਅਤੇ ਕਿੰਨਾ ਗਿਆ? 8 ਕਿਲੋਮੀਟਰ। ਹੁਣ ਉਹ ਇੱਧਰ ਨੂੰ ਗਿਆ, ਇੱਥੋਂ ਉਸਨੇ ਖੱਬਾ ਮੋੜ ਲਿਆ, ਠੀਕ ਹੈ। ਇਹ 8 ਕਿਲੋਮੀਟਰ, ਇਸ ਤੋਂ ਬਾਅਦ ਖੱਬਾ ਮੋੜ ਲਿਆ ਅਤੇ 8 ਕਿਲੋਮੀਟਰ ਫੇਰ ਗਿਆ। ਜੋ ਖੱਬਾ ਮੋੜ ਲੈਤਾ, ਯਾਰ ਬੱਚੇ ਸੁਣਦੇ ਕਿਉਂ ਨਹੀਂ ਹੁੰਦੇ? ਇੱਕ ਵਜੇ ਮੈਂ ਕੱਟੀ ਹੈ ਨਾ, ਹੁਣ ਦੁਬਾਰੇ ਫੇਰ ਯਾਰ, ਹੁਣ ਸਾਰਾ ਸਵਾਲ ਦੁਬਾਰੇ ਕੱਢਣਾ ਪਊਗਾ। ਹੁਣ ਬੱਚੋ ਦੁਬਾਰੇ ਕੱਢਣਾ ਪਊਗਾ ਸਵਾਲ। ਇਹ ਦੇਖੋ ਆਹ ਚੀਜ਼ ਹੈ, ਓਕੇ, ਠੀਕ ਹੈ। ਆਹ ਉੱਤਰ ਹੋ ਗਿਆ ਸੀ, ਆਹ ਦੱਖਣ ਹੋ ਗਿਆ ਸੀ, ਆਹ ਪੂਰਬ ਹੋ ਗਿਆ ਸੀ, ਆਹ ਪੱਛਮ ਹੋ ਗਿਆ ਸੀ, ਠੀਕ ਹੈ। ਵਿੱਕੀ ਨੇ 8 ਕਿਲੋਮੀਟਰ ਦੱਖਣ ਦਿਸ਼ਾ ਵੱਲ ਸਾਈਕਲ ਚਲਾਇਆ, ਇੱਧਰ ਚਲਾਇਆ 8 ਕਿਲੋਮੀਟਰ ਇਹਨੇ,
ठीक है, इधर ये लैके आया 8 किलोमीटर, इत्थों तक हो गया 8 किलोमीटर। इस तो बाद कहता 8 किलोमीटर चलाउण तो बाद वो सज्जे पासे मुड़िया 4 किलोमीटर। हुण सज्जा पासा किहड़ा हो गया, सज्जा पासा हो गया इधर, क्योंकि इहदा मूँह इधर है। इधर कितना चलाया उन्हें, इधर चलाया 4 किलोमीटर। हुण उहदा मूँह हो गया इधरले पासे। इस तो बाद 4 किलोमीटर चलाउण तो बाद फिर सज्जे मुड़िया तो 8 किलोमीटर, सज्जा पासा किहड़ा हो गया हुण उहदा, ए हो गया, इधर मुड़िया 8 किलोमीटर। जो चलाया गया ना, इस तो बाद फिर वो खब्बे मुड़िया, खब्बा पासा मुड़ गया हो इधर, इधर फिर वो कितना भाग गया, 8 किलोमीटर भाग गया। आरंभक बिंदु तो किहड़ी दिशा वाल है, इधर किहड़ी दिशा वाल है भाई, हो इधर किहड़ी दिशा हैगी, इधर है पश्चिम। ठीक है, तो इसका आंसर आ गया ऑप्शन नंबर बी, पश्चिम दिशा वाल है। ठीक है, इस तो बाद आप प्रश्न भी तुहानूं मैं करवाए हुए है। कहते 54 ਵਿਅਕਤੀਆਂ ਦੀ ਇੱਕ ਕਤਾਰ ਦੇ ਵਿੱਚ, 54 ਵਿਅਕਤੀਆਂ ਦੀ ਇੱਕ ਕਤਾਰ ਦੇ ਵਿੱਚੋਂ ਕਤਾਰ ਦੇ ਖੱਬੇ ਪਾਸੇ ਤੋਂ ਵਿਕਾਸ 32ਵੇਂ ਸਥਾਨ 'ਤੇ ਅਤੇ ਕਤਾਰ ਦੇ ਸੱਜੇ ਪਾਸੇ ਤੋਂ ਵਿਸ਼ਾਲ 27ਵੇਂ ਸਥਾਨ 'ਤੇ। ਦੋਹਾਂ ਦੇ ਵਿਚਕਾਰ ਵਿਦਿਆਰਥੀ ਦੱਸੋ ਕਿੰਨੇ ਆ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਕੇਸ ਕਿਹੜਾ ਹੈਗਾ, 27 ਤੇ 32 ਜੋੜੋ, ਇਹ ਹੈਗਾ ਓਵਰਲੈਪ ਵਾਲਾ ਕੇਸ। ਠੀਕ ਹੈ, ਓਵਰਲੈਪ ਵਾਲੇ ਕੇਸ ਦੇ ਵਿੱਚ ਆਪਾਂ ਕਿਹੜਾ ਫਾਰਮੂਲਾ ਵਰਤਦੇ ਹੁੰਦੇ ਦੱਸੋ ਜੀ। ਇਸ ਤੋਂ ਬਾਅਦ ਬੱਚੋ ਇਹ ਕੇਸ ਤੁਹਾਨੂੰ ਦੱਸਿਆ ਕਿ ਓਵਰਲੈਪ ਵਾਲਾ ਕੇਸ ਬਣ ਰਿਹਾ ਇਹ, ਇਹਦਾ ਤੁਹਾਨੂੰ ਫਾਰਮੂਲਾ ਕਰਵਾਇਆ ਸੀ ਓਵਰਲੈਪ ਵਾਲੇ ਦਾ ਮੈਂ, ਕਿਹੜਾ ਕਰਵਾਇਆ ਸੀ, ਟੋਟਲ L + R ਮਾਈਨਸ N ਮਾਈਨਸ 2। ਟੋਟਲ ਕਿੰਨੇ ਦਿੱਤੇ ਇਹਨਾਂ ਨੇ, ਟੋਟਲ ਦਿੱਤੇ ਆਪਾਂ ਨੂੰ 54। ਲੈਫਟ ਪਲੱਸ ਰਾਈਟ ਕਿੰਨੇ ਬਣ ਗਏ ਜੋੜ ਕੇ, ਇਹ 59 ਬਣ ਗਏ ਸੀ ਨਾ, 59 ਬਣ ਗਏ ਸੀ, 59 ਮਾਈਨਸ N ਮਾਈਨਸ 2। ਠੀਕ ਹੈ, ਤਾਂ ਆਹ ਤਾਂ ਆਪਾਂ ਇੱਥੇ ਮਾਈਨਸ ਕਰ ਦਿਓ, ਕਿਉਂਕਿ ਇਹ ਪਲੱਸ ਦੇ ਮਾਈਨਸ ਦੇ, ਇਹ ਕਿੰਨੇ ਰਹਿ ਜਾਣਗੇ, 54 ਪਲੱਸ 57। ਠੀਕ ਹੈ, ਅਤੇ ਇੱਧਰ ਬਣ ਜੂ ਮਾਈਨਸ N ਜ਼ੀਰੋ, ਇਹਨੂੰ ਆਪਾਂ 54 ਦੇ ਵਿੱਚੋਂ 57 ਨੂੰ ਇੱਧਰ ਲੈ ਕੇ ਆਵਾਂਗੇ, ਇੱਧਰ ਮਾਈਨਸ N ਰਹਿ ਜੂਗਾ, ਇਹ ਬਣ ਜਾਣਗੇ 57 ਦੇ ਵਿੱਚੋਂ 54 ਕੱਢੇ ਮਾਈਨਸ 3, ਇੱਧਰ ਮਾਈਨਸ N ਮਾਈਨਸ ਨਾਲ ਮਾਈਨਸ ਕੱਢੀ, N ਬਰਾਬਰ ਕਿੰਨੇ ਆ ਗਏ, ਇਹਦੇ ਵਿਚਕਾਰ ਕਿੰਨੇ ਬੰਦੇ ਆ, 3 ਬੰਦੇ ਆ। ਠੀਕ ਹੈ ਜੀ, ਅਤੇ ਇਹ ਵੀ ਸਵਾਲ ਨਿਕਲ ਗਿਆ ਆਪਣੇ, ਵੀ ਤੁਹਾਨੂੰ ਕਰਵਾਇਆ ਹੋਇਆ ਹੈਗਾ। ਇਸ ਤੋਂ ਬਾਅਦ ਹੇਠ ਦਿੱਤਾ ਦੇ ਕਿਹੜੀ ਉੱਤਰ ਆਕ੍ਰਿਤੀ ਦੇ ਵਿੱਚੋਂ ਪ੍ਰਸ਼ਨ ਆਕ੍ਰਿਤੀ ਦੀ ਲੜੀ ਨੂੰ ਪੂਰੀ ਦਰਸਾਉਂਦੀ ਹੈ, ਪੂਰੀ ਕਿਹੜੀ ਦਰਸਾਉਂਦੀ ਹੈ। ਦੇਖੋ ਇੱਥੇ ਦਾ ਨਿਸ਼ਾਨ ਥੱਲੇ ਨੂੰ ਹੈ, ਇੱਥੇ ਨਿਸ਼ਾਨ ਉੱਤੇ ਨੂੰ ਕਰਤਾ। ਠੀਕ ਹੈ, ਪਹਿਲਾਂ ਇਹਨਾਂ ਨੇ ਲਿੱਤਾ ਗਾ, ਪਹਿਲਾਂ ਥੱਲੇ ਨੂੰ ਕਰਤਾ, ਫਿਰ ਇੱਥੇ ਉੱਤੇ ਨੂੰ ਕਰਤਾ ਉਸੇ ਸੰਖਿਆ 'ਤੇ, ਫਿਰ ਇਸ ਤੋਂ ਬਾਅਦ ਇਹਨੂੰ ਥੱਲੇ ਨੂੰ ਕਰਤਾ, ਇਹਦੇ 'ਤੇ ਉੱਤੇ ਨੂੰ ਕਰਤਾ। ਇਸ ਤੋਂ ਬਾਅਦ ਇੱਥੇ ਜਿਹੜੀ ਰਕਮ ਆਊਗੀ ਉਹ ਆਊਗੀ ਇੱਥੋਂ ਆਹ ਨਿਸ਼ਾਨ ਵਾਲਾ, ਆਹ ਨਿਸ਼ਾਨ ਕਿਹਦੇ 'ਚ ਪਿਆ, ਇੱਥੇ ਆਹ ਨਿਸ਼ਾਨ ਕਿਹਦੇ 'ਚ ਪਿਆ, ਇਹ ਨਿਸ਼ਾਨ ਪਿਆ ਇਕੱਲਾ ਆਹ ਆਪਸ਼ਨ ਦੇ ਵਿੱਚ, ਆਹ ਆਨਸਰ ਆ ਜਾਊਗਾ। ਠੀਕ ਹੈ, ਇਹ ਗੱਲ ਯਾਦ ਰੱਖੋ, ਇਹ ਅੰਦਾਜ਼ੇ ਵਾਲੇ ਸਵਾਲ ਹੀ ਹੁੰਦੇ ਆ ਪੁੱਤਰੋ, ਆਹ ਤਾਂ ਤੁਸੀਂ ਕਰ ਹੀ ਲੈਣਾ ਗਾ। ਠੀਕ ਹੈ, ਕਹਿੰਦੇ GHI ਤੋਂ ਕੀ ਬਣਾਤਾ, BW ਜੂ ਬਣਾਤਾ, ਇਸ ਤਰ੍ਹਾਂ ਨਾਲ ਤੁਸੀਂ ਦੇਖ ਲਓ, ਉਨੀ ਫਰਕ ਅਗਲੇ ਦਾ ਪੈਂਦਾ ਹੋਊਗਾ। ਠੀਕ ਹੈ, ਇਸ ਤੋਂ ਬਾਅਦ ਆਹ ਸੀਰੀਜ਼ ਆ ਗਈ, ਇਹ ਸੀਰੀਜ਼ ਵੀ ਤੁਸੀਂ ਦੇਖ ਲਓ ਪੁੱਤਰੋ, 3 ਦੇ ਵਿੱਚ ਕਿੰਨੇ ਜੋੜ ਕੇ 5 ਬਣਦਾ, ਇਸ ਤੋਂ ਬਾਅਦ ਕਿੰਨੇ ਜੋੜ ਕੇ 15 ਬਣਦਾ, ਕਿਹੜਾ ਹੋਊਗਾ। ਠੀਕ ਹੈ, 5 3 15। ਠੀਕ ਹੈ, ਇਸ ਤਰ੍ਹਾਂ ਦੇਖ ਲਓ ਤੁਸੀਂ ਕਰਕੇ, 5 3 ਦੀ ਗੁਣਾ ਕਰਨ ਦੇ 15 ਆਉਂਦਾ, ਗਾਹਾਂ 4 ਦੀ ਗੁਣਾ ਕਰੇ ਤਾਂ ਇਹ ਆਉਂਦਾ, 3 ਦੀ ਗੁਣਾ ਕਰੇ ਤਾਂ ਇਹ ਆਉਂਦਾ, ਅਤੇ ਜਦੋਂ 160 ਦੀ ਗੁਣਾ 180 ਦੀ ਗੁਣਾ 2 ਨਾਲ ਕਰਾਂਗੇ ਤਾਂ ਇਹ ਆ ਜਾਊਗਾ 360। ਆਹ ਪਿਆ ਸੀ ਨੰਬਰ ਆਪਸ਼ਨ। ਦੇਖੋ ਲੜੀ ਸੌਖੀ ਹੈ, ਇੱਥੇ ਦੇਖੋ 360 x 180 60 15 3, ਜੇ 3 ਦੀ ਗੁਣਾ ਆਪਾਂ 5 ਨਾਲ ਕਰਦੇ ਕਿੰਨਾ ਆ ਜਾਊਗਾ 15, ਜੇ 15 ਦੀ ਗੁਣਾ ਆਪਾਂ 4 ਨਾਲ ਕਰਦੇ ਹਾਂ 60, 60 ਦੀ ਗੁਣਾ 3 ਨਾਲ ਕਰਦੇ ਹਾਂ 80, ਅਤੇ ਜਦੋਂ 180 ਦੀ ਗੁਣਾ ਆਪਾਂ 2 ਨਾਲ ਕਰਾਂਗੇ ਤਾਂ 360 ਆ ਜਾਊਗਾ। ਆਹ ਪਿਆ ਡੀ ਨੰਬਰ ਆਪਸ਼ਨ। ਇਸ ਤੋਂ ਬਾਅਦ ਦੇਖੋ ਧੀਆਂ, ਔਰਤਾਂ, ਮਨੁੱਖ, ਇਹ ਤਿੰਨੇ ਕਿਹੜੀ ਪਿਕਚਰ ਦੱਸ ਰਹੀ ਹੈ। ਦੇਖੋ ਜਿਹੜੇ ਮਨੁੱਖ ਆ, ਮਨੁੱਖ ਤਾਂ ਆਪਾਂ ਸਾਰੇ ਹੀ ਆ ਨਾ, ਮਨੁੱਖ ਤਾਂ ਆਪਾਂ ਸਾਰੇ ਹੀ ਹੋ ਗਏ, ਧੀਆਂ ਦੇ ਵਿੱਚੋਂ ਹੀ ਔਰਤਾਂ ਬਣਦੀਆਂ, ਔਰਤਾਂ ਹੀ ਧੀਆਂ ਹੁੰਦੀਆਂ, ਧੀਆਂ ਦੇ ਵਿੱਚ ਹੀ ਔਰਤਾਂ ਬਣਦੀਆਂ। ਠੀਕ ਹੈ, ਤਾਂ ਇਹੋ ਜਿਹੀ ਚੀਜ਼ ਤੁਹਾਨੂੰ ਕਿਤੇ ਮਿਲਦੀ ਦਿਖ ਰਹੀ ਹੈ। ਠੀਕ ਹੈ, ਮਨੁੱਖ ਆ ਸਾਰੇ ਆਪਾਂ, ਵਿੱਚ ਰੁੱਖ ਆ ਗਏ, ਵਿੱਚ ਧੀਆਂ ਆ ਗਈਆਂ, ਤਾਂ ਆਪਸ਼ਨ ਨੰਬਰ ਇਹਦਾ ਸੀ ਆਨਸਰ ਆ ਜਾਊਗਾ। ਠੀਕ ਹੈ, ਕਿਉਂਕਿ ਇੱਕ ਦੂਜੇ ਦੇ ਵਿੱਚੋਂ ਹੀ ਉਹ ਬਣਨਾ, ਇਹਨਾਂ ਨੇ ਰਿਸ਼ਤੇ ਆਪਣੇ ਇੱਕ ਕਿਸੇ ਦੇ। ਠੀਕ ਹੈ, ਇਸ ਤੋਂ ਬਾਅਦ ਇੰਗਲਿਸ਼ ਦਾ ਆ ਗਿਆ, ਇਹ ਤੁਹਾਨੂੰ ਕਰਵਾ ਕੇ ਗਿਆ ਹੈਗਾ ਕਿ ਅੰਗਰੇਜ਼ੀ ਅੱਖਰਾਂ ਨੂੰ ਕਿਹੜੇ ਡਿਕਸ਼ਨਰੀ ਦੇ ਅਨੁਸਾਰ ਲਿਖਣਾ ਹੈਗਾ। ਠੀਕ ਹੈ, ਡਿਕਸ਼ਨਰੀ ਦੇ ਅਨੁਸਾਰ ਤੀਜੇ ਨੰਬਰ 'ਤੇ ਕਿਹੜਾ ਹੋਊਗਾ ਇਹਨਾਂ ਦੇ ਵਿੱਚੋਂ। ਸਭ ਤੋਂ ਪਹਿਲਾਂ ਤੁਹਾਨੂੰ ਕਿਹਾ ਸੀ ਇਹ ਸਵਾਲ ਦੇ ਵਿੱਚ ਕੀ ਦੱਸਿਆ ਸੀ ਤੁਹਾਨੂੰ ਮੈਂ ਜੀ। ਸਭ ਤੋਂ ਪਹਿਲਾਂ ਦੇਖੋ ਕਿਹੜੇ ਕਿਹੜੇ ਅੱਖਰ ਪਹਿਲਾਂ ਆ ਰਹੇ ਨੇ, ਤਿੰਨੇ ਅੱਖਰ ਸਾਰੇ 'ਚ ਪਹਿਲਾਂ ਆ ਰਹੇ ਨੇ। ਇਸ ਤੋਂ ਬਾਅਦ ਸਭ ਤੋਂ ਪਹਿਲਾ ਅੱਖਰ ਕਿਹੜਾ ਹੁੰਦਾ, ਸਭ ਤੋਂ ਪਹਿਲਾ ਅੱਖਰ ਏ। ਇਹ ਨਜ਼ਰ ਰੌਲਾ ਪੈ ਗਿਆ ਹੁਣ, ਇਹ ਦੋਨਾਂ ਦੇ ਵਿੱਚ, ਇਹ ਦੋਨਾਂ ਪਹਿਲੇ ਨੰਬਰ 'ਤੇ ਆਉਣਗੇ ਦੋਨਾਂ 'ਚੋਂ। ਇਸ ਤੋਂ ਬਾਅਦ NN ਵੀ ਸਹੀ ਹੈ। ਇਹ ਤੋਂ ਬਾਅਦ T ਬਾਅਦ 'ਚ ਹੁੰਦਾ, C ਪਹਿਲ 'ਤੇ ਆਉਂਦਾ ਗਾ। ਠੀਕ ਹੈ, ਤਾਂ ਆਹ ਤਾਂ ਆ ਜਾਊਗਾ ਸਭ ਤੋਂ ਪਹਿਲ 'ਤੇ, ਆਹ ਆ ਜਾਊਗਾ ਦੂਜੇ 'ਤੇ।
ਹੁਣ ਰੌਲਾ ਰਹਿ ਗਿਆ ਇਹਨਾਂ ਦਾ। ਹੁਣ ਇਹਨਾਂ ਦੇ ਵਿੱਚੋਂ ਇੱਥੋਂ ਤੱਕ ਤਾਂ ਅੱਖਰ ਇਹਨਾਂ ਸੇਮ ਹੀ ਹੈ, ਜੂ ਤੱਕ ਤਾਂ, ਆਰ ਤੱਕ ਵੀ ਸਹੀ ਹੈ। ਇਸ ਤੋਂ ਬਾਅਦ ਜੂ ਪਹਿਲਾਂ ਆਉਂਦਾ ਤਾਂ ਈ ਪਹਿਲਾਂ ਆਉਂਦਾ, ਈ ਪਹਿਲਾਂ ਆਉਂਦਾ ਨਾ ਤਾਂ ਈ ਚੱਕ ਲਓ, 3 ਤੇ ਇਹ ਆ ਜੂਗਾ, 4 ਤੇ ਇਹ ਆ ਜੂਗਾ, ਜੇ ਤੀਜੇ ਨੰਬਰ 'ਤੇ ਕਿਹੜਾ ਆਊਗਾ, ਤੀਜੇ ਨੰਬਰ 'ਤੇ ਇਹੀ ਆਊਗਾ, ਐਡਵੈਂਚਰਸ। ਠੀਕ ਹੈ, ਆਪ ਇੰਗਲਿਸ਼ ਦੇ ਸਵਾਲ ਆ ਗਏ। ਠੀਕ ਹੈ, ਐਰਰ ਤੁਹਾਨੂੰ ਮੈਂ ਕਰਵਾਵਾਂਗਾ ਨਹੀਂ, ਤਾਂ ਹੀ ਤੁਹਾਨੂੰ ਪਤਾ ਲੱਗੇ। ਐਂਡਰੋਇਸ, ਇਹਦੇ ਵਿੱਚੋਂ ਦੱਸਣਾ ਹੈਗਾ ਮੋਸਟ ਐਪਰੋਚੇਟ ਸਿਨੋਨੀਅਮ ਵਿਦ ਐਂਡਰੋਇਸ। ਐਂਡਰੋਇਸ ਦਾ ਬਹੁਤ ਸਿਨੋਨੀਅਮ ਕਿਹੜਾ ਆ ਜੂਗਾ ਇਹਨਾਂ ਦੇ ਵਿੱਚੋਂ, ਦੱਸੋ ਜੀ। ਇਹਦਾ ਆ ਜੂਗਾ ਬੱਚੋ ਆਪਣੇ ਕੋਲ ਸਪੋਰਟ, ਇਹਦਾ ਸਿਨੋਨੀਅਮ ਸਪੋਰਟ ਹੁੰਦਾ ਹੈਗਾ। ਠੀਕ ਹੈ, ਮੈਂ ਸਵਾਲ ਹੱਲ ਕਰ ਸਕਦਾ ਹਾਂ। ਠੀਕ ਹੈ, ਆਈ ਕੈਨ ਡੂ ਦਿਸ ਸੋਲਵ, ਆਈ ਕੈਨ ਸੋਲਵ ਦਿਸ ਸਮ, ਆਈ ਸੋਲਵ ਦਿਸ ਕੁਐਸਚਨ। ਠੀਕ ਹੈ, ਮੈਂ ਇਹ ਸਵਾਲ ਹੱਲ ਕਰ ਸਕਦਾ ਹਾਂ। ਦੱਸੋ ਬੱਚੋ, ਇਹ ਪੈਰਾ ਇਹ ਬਾਅਦ 'ਚ ਕਰਾਂਗੇ ਆਪਾਂ ਇੰਗਲਿਸ਼, ਕਿਉਂਕਿ ਇੰਗਲਿਸ਼ ਆਪਾਂ ਹਜੇ ਨਾ ਇਹ ਚੀਜ਼ਾਂ ਕਰੀਆਂ ਨਹੀਂ ਹੈਗੀਆਂ। ਤੁਹਾਨੂੰ ਮੈਂ ਐਂਡ 'ਤੇ ਪੂਰੇ ਵਧੀਆ ਤਰੀਕੇ ਨਾਲ ਕਰਵਾਊਂਗਾ, ਸਾਰਾ ਪੈਰਾ ਪੜ੍ਹਨਾ ਪਊਗਾ ਇਸ ਤੋਂ ਬਾਅਦ ਅੱਖਰ ਆ ਕੇ। ਠੀਕ ਹੈ, ਅੰਗਰੇਜ਼ੀ ਦੇ ਪੁੱਛਣ ਦੀ ਥੋੜ੍ਹਾ ਜ਼ਿਆਦਾ ਦੂੰਗਾ, ਪੰਜਾਬੀ ਵੀ ਤੁਸੀਂ ਕਰ ਹੀ ਲਓਗੇ। ਠੀਕ ਹੈ, ਅਤੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਸ਼ੁੱਧ ਮੁਹਾਵਰਾ ਕਿਹੜਾ, ਜ਼ਿੰਦਗੀ, ਜ਼ਿੰਦਗੀ ਕਿਹਦੇ ਵਿੱਚ ਆ ਜਾਂਦੀ ਹੈ, ਜ਼ਿੰਦਗੀ ਆ ਸਹੀ ਹੈ ਸ਼ੁੱਧ ਮੁਹਾਵਰਾ। ਠੀਕ ਹੈ, ਤਾਂ ਪੰਜਾਬੀ ਹੈ ਤਾਂ ਤੁਸੀਂ ਕਰ ਹੀ ਲੈਣੀ ਹੈ। ਰਾਵੀ ਐਂਡ ਸ਼ਸ਼ੀ ਆਰ ਬਾਗਰਾ ਸਹੀ ਅਨੁਪਾਤ ਕੀ ਹੈ, ਰਾਵੀ ਐਂਡ ਸ਼ਸ਼ੀ ਆਰ ਹਿਜ ਪੇਰੈਂਟ ਅੰਕਲ। ਠੀਕ ਹੈ, ਅਤੇ ਰਵੀ ਅਤੇ ਸ਼ਸ਼ੀ ਆਰ ਹਿਜ ਪੇਰੈਂਟ ਅੰਕਲ ਨੇ। ਠੀਕ ਹੈ, ਸ਼ਸ਼ੀ ਉਸਦੇ ਚਾਚੇ ਹਨ, ਉਸਦਾ ਚਾਚਾ ਹੈ ਅਤੇ ਚਾਚੇ ਹਨ। ਠੀਕ ਹੈ, ਇਹ ਆ ਜੂਗਾ ਇਹ ਨੰਬਰ ਆਪਸ਼ਨ। ਇਹ ਵੀ ਤੁਸੀਂ ਦੇਖ ਕੇ ਕਰ ਲਿਓ ਪੁੱਤਰੋ, ਇਹ ਪੈਰਾ ਭਾਲ ਕੇ ਤੁਸੀਂ ਪ੍ਰਸ਼ਨ ਕਰਨੇ ਹੋਣਗੇ। ਠੀਕ ਹੈ, ਪੰਜਾਬੀ ਭਾਸ਼ਾ ਦਾ ਮਹੱਤਵ ਇਹ ਸਾਰਾ ਕੁਛ ਤੁਹਾਨੂੰ ਕਰਵਾਇਆ ਹੋਇਆ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਵਿਭਿੰਨ ਮੰਡੀਆਂ, ਅੰਤਰਰਾਸ਼ਟਰੀ ਲੋਕ ਨਾਚ ਪ੍ਰਤੀ ਖਿੱਚ, ਲੋਕਾਂ ਦੀ ਚੇਤਨਾ, ਲੋਕਾਂ ਦੇ ਵਿੱਚ ਨਿਗਰ ਪ੍ਰੇਮ, ਇਹ ਸਾਰੀਆਂ ਚੀਜ਼ਾਂ ਦਾ ਭੇਡ ਚਾਲ ਹੋ ਗਈ। ਆਹ ਕੰਪਿਊਟਰ ਦਾ ਆ ਗਿਆ। ਠੀਕ ਹੈ, ਇਹਦੇ ਵਿੱਚ ਗੱਲ ਕੀਤੀ ਹੈ, ਕਹਿੰਦੇ MS ਐਕਸਲ ਦੇ ਵਿੱਚ ਕਿਹੜੀ ਸ਼ਾਰਟਕਟ ਕੀ ਇੱਕ ਵਿਸ਼ੇਸ਼ ਸੈੱਲ ਵਿੱਚ ਜਾਣ ਲਈ ਵਰਤੀ ਜਾਂਦੀ ਹੈ। ਦੱਸੋ ਬੱਚੋ, F5 ਤਾਂ ਜਾਂਦੀ ਨਹੀਂ। ਠੀਕ ਹੈ, ਅਤੇ F8 ਵਰਤੀ ਜਾਂਦੀ ਹੈ ਸੈੱਲ 'ਚ ਜਾਣ ਵਾਸਤੇ। F8 'ਤੇ ਤਾਂ ਆਪਾਂ 3 ਵਾਰੀ ਕਰਨਾ ਪੈਂਦਾ ਹੁੰਦਾ ਹੈ ਨਾ ਪੁੱਤਰੋ। F3 ਤਾਂ ਇਹਦਾ ਆਨਸਰ ਆ ਜਾਊਗਾ F2। ਠੀਕ ਹੈ, ਜੇ ਆਪਾਂ MS ਐਕਸਲ ਦੀ ਗੱਲ ਕਰ ਰਹੇ ਹਾਂ। ਠੀਕ ਹੈ, MS ਐਕਸਲ ਦੇ ਵਿੱਚ ਜੇ ਆਪਾਂ F2 ਨੂੰ 2 ਵਾਰੀ F2 ਨੂੰ ਦੱਬਾਂਗੇ ਤਾਂ ਇਹ ਤੁਹਾਨੂੰ 2000 ਦੀਆਂ ਸ਼ਾਰਟਕਟ ਕੀਆਂ ਵੀ ਕਰਵਾਊਂਗਾ, ਟੈਨਸ਼ਨ ਨਾ ਲਓ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ F2 ਦੇ ਨਾਲ ਆਪਾਂ ਕੀ ਕਰ ਸਕਦੇ, ਕਿਸੇ ਵਿਸ਼ੇਸ਼ ਸੈੱਲ ਨੂੰ ਆਪਾਂ ਐਡਿਟ ਕਰ ਸਕਦੇ ਹਾਂ। ਓਕੇ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲ, ਕਹਿੰਦੇ ਸਲਾਈਡ ਸ਼ੋ ਕਾਹਦੇ ਵਾਸਤੇ ਵਰਤਿਆ ਜਾਂਦਾ MS ਪਾਵਰਪੁਆਇੰਟ 2021 ਦੇ ਵਿੱਚ, 2019 ਦੇ ਵਿੱਚ। ਇਹ ਵੀ ਤੁਹਾਨੂੰ ਕਰਵਾਇਆ ਗਿਆ ਭਾਈ, ਮੈਂ ਇਹ ਤੁਹਾਨੂੰ ਕਿੰਨੇ ਵਾਰੀ ਕਰਵਾ ਕੇ ਗਿਆ ਹੈਗਾ ਦੱਸੋ। F5 ਨਹੀਂ ਕਰਵਾ ਕੇ ਗਿਆ ਸੀ, ਕਰਵਾ ਕੇ ਗਿਆ ਸੀ ਪੁੱਤਰੋ। F5 ਤੁਹਾਨੂੰ ਬਹੁਤ ਵਾਰੀ ਕਰਵਾ ਕੇ ਗਿਆ। ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਕਈ ਵਾਰੀ ਸਭ ਤੋਂ ਪ੍ਰਸ਼ਨ ਪੁੱਛ ਲੈਣੇ ਇਹ MS ਵਾਰਡ ਦੇ ਵਿੱਚ, ਫਿਰ ਤਾਂ ਤੁਸੀਂ ਹੋਰ ਆਨਸਰ ਲਾਉਣਾ। ਜੇ ਦੂਸਰੇ ਲੋੜ ਪੁੱਛ ਲੈਣ, ਫਿਰ ਜੇ ਤਾਂ ਪੁੱਛ ਲੈਣ ਉਹਦੇ ਵਿੱਚ MS ਵਾਰਡ ਵੈਸੇ ਆਪਾਂ F5 ਕਾਹਦੇ ਵਾਸਤੇ ਦੱਬਦੇ, ਰੀਫਰੈਸ਼ ਵਾਸਤੇ ਦੱਬਦੇ ਹਾਂ। ਠੀਕ ਹੈ, ਅਤੇ ਜੇ ਪੁੱਛ ਲੈਣ ਇਹਦੇ 'ਚ ਪਾਵਰ ਪੁਆਇੰਟ ਦੇ ਵਿੱਚ ਪ੍ਰੈਜੈਂਟੇਸ਼ਨ ਦੇ ਵਿੱਚ, ਤਾਂ ਇਹ 'ਚ ਆਪਾਂ ਸਲਾਈਡ ਸ਼ੋ ਵਾਸਤੇ ਵਰਤਦੇ ਹਾਂ। ਇਹ ਕੰਪਿਊਟਰ ਦਾ ਸਿਸਟਮ ਜੋ ਹਾਰਡਵੇਅਰ ਨੂੰ ਕੀ ਕਿਹਾ ਜਾਂਦਾ ਹੈ, ਜਿਸ ਵਿੱਚ ਡਾਟਾ ਸਟੋਰ ਹੁੰਦਾ ਗਾ। ਦਾ ਹਾਰਡਵੇਅਰ ਇਨ ਕੰਪਿਊਟਰ ਸਿਸਟਮ ਵਿੱਚ ਡਾਟਾ ਕਿਹਦੇ ਵਿੱਚ ਸਟੋਰ ਹੁੰਦਾ ਗਾ, ਆਪਣੇ ਮਦਰਬੋਰਡ ਦੇ ਵਿੱਚ ਜਿਹੜੀ ਮੈਮਰੀ ਲੱਗੀ ਹੁੰਦੀ ਹੈ ਉਹਦੇ ਵਿੱਚ ਸਾਰਾ ਡਾਟਾ ਆਪਣਾ ਸਟੋਰ ਹੁੰਦਾ ਗਾ, ਜਿਹਦੇ ਸਾਰੀ ਆਪਣੀ A to Z ਸਿਸਟਮ ਹੁੰਦਾ ਗਾ। ਮੈਮਰੀ ਚਿੱਪ ਸਾਰਾ ਕੁਛ ਉਹਦੇ ਉੱਪਰ ਲੱਗਿਆ ਵਾ ਹੁੰਦਾ। ਠੀਕ ਹੈ, ਬਸ ਇਹਦੇ ਨਾਲ ਆਪਣੇ ਸਾਰੇ ਭਾਈ ਇਹ ਪ੍ਰਸ਼ਨ ਕੰਪਲੀਟ ਹੋ ਗਏ। ਜਿਨ੍ਹਾਂ ਨੇ ਸੈਂਪਲ ਪੇਪਰ ਦਿੱਤਾ ਸੀ, ਸਾਰੇ ਬੱਚਿਆਂ ਨੇ ਸੈਂਪਲ ਪੇਪਰ ਹੱਲ ਜ਼ਰੂਰ ਕਰਨਾ, ਅਤੇ ਵੀਡੀਓ ਨੂੰ ਵੱਧ ਲਾਇਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ ਭਾਈ।